ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਜਸਮੀਤ ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਸਪੋਟਲਾਈਟ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗੀ ਇੱਕ ਅਜਿਹੇ ਕਲਾਕਾਰਾਂ ਦੇ ਨਾਲ ਜਿਨ੍ਹਾਂ ਦੀ ਗਾਇਕੀ ਦੇ ਵਿੱਚ ਇੱਕ ਵੱਖਰਾਪਨ ਹੈ, ਕਹੀਏ ਕਿ ਜਿਨ੍ਹਾਂ ਦੀ ਗਾਇਕੀ ਰੂਹਾਂ ਨੂੰ ਸਕੂਨ ਦਿੰਦੀ ਹੈ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਸੂਫੀ ਗਾਇਕ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਜੀ। ਸੋ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਮੀਤ ਜੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਸਤਿਕਾਰ। ਤੇ ਮੈਂ ਚਾਹਾਂਗੀ ਕਿ ਪ੍ਰੋਗਰਾਮ ਦੀ ਜਿਹੜੀ ਆਪਾਂ ਸ਼ੁਰੂਆਤ ਆ ਉਹ ਵੀ ਸੂਫੀ ਗਾਇਕੀ ਤੋਂ ਹਨਾ ਕੁਝ ਗੀਤ ਹੋ ਜਾਣ। ਜੀ ਬਿਲਕੁਲ ਜੀ। ਹੁਣੇ ਸਾਡੀ ਐਲਬਮ ਆਈ ਹੈ 10 ਅਵਤਾਰ ਜੀ, ਉਹਦਾ ਇੱਕ ਸ਼ਬਦ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਜੀ ਤੁਹਾਡੇ ਰੂਬਰੂ ਕਰ ਜੀ ਜ਼ਰੂਰ ਕਰ ਰਹੇ ਹਾਂ ਜੀ। ਦਿੰਦਾ ਏ ਸਹਾਰਾ ਮੈਨੂੰ ਪਲ ਪਲ ਜੋ, ਮੁਸ਼ਕਿਲ ਮੇਰੀ ਦਾ ਕਰਦਾ ਏ ਹੱਲ ਜੋ। ਦਿੰਦਾ ਏ ਸਹਾਰਾ ਮੈਨੂੰ ਪਲ ਪਲ ਜੋ, ਮੁਸ਼ਕਿਲ ਮੇਰੀ ਦਾ ਕਰਦਾ ਏ ਹੱਲ ਜੋ। ਓ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਸੁਬਹ ਸਵੇਰੇ ਉੱਠ ਕੇ ਜਦ ਮੈਂ ਨਹਾ ਕੇ ਮੱਥਾ ਟੇਕਣ ਜਾਵਾਂ, ਇੰਜ ਲੱਗਦਾ ਏ ਮੈਨੂੰ ਸੱਚੀ ਰੱਬ ਨੂੰ ਹੀ ਮੈਂ ਵੇਖਣ ਜਾਵਾਂ। ਮੇਰੇ ਸਾਰੇ ਦੁੱਖ ਮਿਟਾਉਂਦਾ ਜੋ, ਮੈਨੂੰ ਮਿੱਠੀ ਦੇਗ ਛਕਾਉਂਦਾ ਜੋ। ਸਭ ਰੋਗ ਮੇਰੇ ਜੋ ਦੂਰ ਕਰੇ, ਮੇਰੀ ਝੋਲੀ ਖੁਸ਼ੀਆਂ ਪਾਉਂਦਾ ਜੋ। ਓ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਵਾਹ ਜੀ ਵਾਹ। ਔਰ ਮੈਨੂੰ ਲੱਗਦਾ ਹੈ ਇਹ ਵਾਕਈ ਸੱਚ ਆ ਹਨਾ ਕਿ ਜੋ ਵੀ ਹੈ ਸਾਨੂੰ ਕਿਤੇ ਵੀ ਕੋਈ ਮੁਸ਼ਕਿਲ ਆ ਤਕਲੀਫ ਆ ਤੇ ਜੇ ਅਸੀਂ ਜੋ ਵੀ ਹੈ ਨਾ ਗੁਰੂ ਨੂੰ ਮੰਨਦੇ ਆ, ਜੇ ਉਹਦਾ ਸਹਾਰਾ ਲੈ ਕੇ ਚੱਲੀਏ ਤਾਂ ਸਾਰਾ ਕੰਮ ਆਪਣੇ ਆਪ ਹੀ ਹੋ ਜਾਂਦਾ ਹੈ। ਬਿਲਕੁਲ। ਸੋ ਸੂਫੀ ਗਾਇਕੀ ਹੈ ਨਾ, ਜਿੱਦਾਂ ਆਪਾਂ ਗੱਲ ਕੀਤੀ ਕਿ ਤੁਹਾਡੀ ਗਾਇਕੀ ਦੇ ਵਿੱਚ ਇੱਕ ਵੱਖਰਾਪਨ ਆ, ਸਕੂਨ ਦਿੰਦੀ ਆ। ਸੋ ਇਹੀ ਗਾਇਕੀ ਤੁਸੀਂ ਕਿਉਂ ਚੁਣੀ ਜੇ ਗੱਲ ਕਰੀਏ? ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਕੋਈ ਇਹ ਚਾਹੁੰਦਾ ਆ ਕਿ ਸਾਡਾ ਇੱਕ ਟਰੈਕ ਆਵੇ ਤੇ ਅਸੀਂ ਹਿੱਟ ਹੋ ਜਾਈਏ, ਪਰ ਜਿੱਦਾਂ ਦੀ ਤੁਸੀਂ ਗਾਇਕੀ ਚੁਣੀ ਆ ਹਨਾ, ਇੱਕ ਵੱਖਰੀ ਗਾਇਕੀ ਆ। ਬਹੁਤ ਵਾਰੀ ਇੱਦਾਂ ਹੁੰਦਾ ਬਹੁਤ ਸਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਾਂ ਬਹੁਤ ਟਾਈਮ ਲੱਗ ਜਾਂਦਾ ਜਾਂ ਸਾਨੂੰ ਉਸ ਮੁਕਾਮ ਤੇ ਪਹੁੰਚਣ ਲਈ ਜਿਹੜਾ ਅਸੀਂ ਚਾਹੁੰਦੇ ਹਾਂ। ਸੋ ਇਹੀ ਗਾਇਕੀ ਕਿਉਂ? ਭੈਣ, ਸਭ ਤੋਂ ਪਹਿਲਾਂ ਤਾਂ ਅਸੀਂ ਜੇ ਗੱਲ ਕਰੀਏ ਅਸੀਂ ਕਿਸੇ ਚੀਜ਼ ਨੂੰ ਚੁਣ ਨਹੀਂ ਸਕਦੇ ਹੈ ਨਾ ਜੀ ਜੀ। ਸਾਡੀ ਮਾਲਕ ਨੇ ਪਹਿਲਾਂ ਕਰਮਾਂ ਦੇ ਹਿਸਾਬ ਨਾਲ ਹੈ ਨਾ ਸਕ੍ਰਿਪਟ ਲਿਖੀ ਹੁੰਦੀ ਹੈ ਜੀ ਬਿਲਕੁਲ। ਤੇ ਜੇ ਅਸੀਂ ਆਪ ਦੇ ਆਪ ਕਹੀਏ ਵੀ ਅਸੀਂ ਇਹ ਰਾਹ ਚੁਣਿਆ ਹੈ ਨਾ, ਅਸੀਂ ਐ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਉਹ ਰਾਹ ਨੇ ਸਾਨੂੰ ਚੁਣਿਆ ਹੈ ਨਾ। ਮਾਧਿਅਮ ਕੁਝ ਹੋਰ ਹੈ, ਕੋਈ ਕੁਝ ਹੋਰ ਆਪਣੇ ਅੰਦਰ ਜਿਹੜੀ ਪਾਵਰ ਹੈ ਉਹ ਇਦਾਂ ਦਾ ਕਰਵਾ ਰਹੀ ਹੈ। ਬੰਦਾ ਜੇ ਆਪ ਦੀ ਆਪ ਚਾਹੇ ਤਾਂ ਬੰਦਾ ਨਹੀਂ ਕਰ ਸਕਦਾ, ਉਹਦੀ ਮਾਲਕ ਦੀ ਕਿਰਪਾ ਨਾਲ ਹੀ ਹੈ ਨਾ। ਅਸੀਂ ਐ ਕਹਿ ਦਈਏ ਵੀ ਅਸੀਂ ਸੂਫੀ ਗਾਉਂਦੇ ਆ, ਹਜੇ ਅੰਦਰ ਸਾਡੇ ਵੀ ਵਿਕਾਰ ਹੈਗੇ ਹੈ ਨਾ, ਸਾਡੀ ਅਵਸਥਾ ਵੀ ਇਦਾਂ ਦੀ ਨਹੀਂ ਹੈ ਵੀ ਚਲੋ ਮਾਲਕ ਤੋਂ ਡਰ ਕੇ ਤੇ ਸਾਰਿਆਂ ਤੋਂ ਮਤਲਬ ਮਾਫੀ ਮੰਗ ਕੇ। ਸਾਡੇ ਤੋਂ ਵੀ ਲਾਈਫ ਦੇ ਵਿੱਚ ਗਲਤੀਆਂ ਹੋਈਆਂ ਨਾ, ਅੱਗੇ ਵੀ ਗਲਤੀਆਂ ਹੋ ਸਕਦੀਆਂ, ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਸਮਾਜ ਨੂੰ, ਆਪਣੀ ਨਈ ਜਨਰੇਸ਼ਨ ਨੂੰ ਇਸ ਤਰ੍ਹਾਂ ਦੀ ਸ਼ਬਦ ਕਹੀਏ, ਆਪਾਂ ਸੂਫੀ ਕਲਾਮ ਕਹੀਏ ਲੈ ਕੇ ਆਈਏ ਜਿਹਨੂੰ ਸਾਰਾ ਪਰਿਵਾਰ ਬਹਿ ਕੇ ਸੁਣ ਸਕੇ, ਵੇਖ ਸਕੇ ਜੀ, ਜੋ ਸਭ ਦੇ ਕੰਮ ਆਵੇ। ਬਿਲਕੁਲ ਸਹੀ। ਪਰ ਅੱਜ ਕੱਲ ਦੇ ਜਿਹੜੇ ਅਸੀਂ ਗੀਤ ਦੇਖਦੇ ਆ ਨਾ ਉਹ ਹਥਿਆਰਾਂ ਵਾਲੇ ਹੋ ਜਾਂਦੇ ਆ, ਜਾਂ ਇਦਾਂ ਹੁੰਦਾ ਆ ਕਿ ਹਰ ਇੱਕ ਸਿੰਗਰ ਨੂੰ ਇਹ ਹੁੰਦਾ ਆ ਕਿ ਸਾਡਾ ਗੀਤ ਆਇਆ ਤੇ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ। ਕਦੇ ਤੁਹਾਨੂੰ ਵੀ ਇਦਾਂ ਦੇ ਗੀਤਾਂ ਦੀ ਆਫਰ ਹੋਈ ਆ, ਕਿਹਾ ਗਿਆ ਤੁਹਾਨੂੰ ਵੀ ਕਿ ਇਦਾਂ ਦੇ ਗੀਤ ਗਾਓ? ਹੈ ਕਿ ਮੈਂ ਤੁਹਾਨੂੰ ਗੱਲ ਦੱਸਦਾ ਵੀ ਅਸੀਂ ਪਹਿਲਾਂ ਜਿਵੇਂ ਸ਼ਮਸ਼ੇਰ ਜੀ ਬਚਪਨ ਤੋਂ ਹੀ ਇਹਨਾਂ ਨੇ ਮਿਊਜ਼ਿਕ ਦੀ ਐਮਏ ਕੀਤੀ ਹੈ ਪਟਿਆਲਾ ਯੂਨੀਵਰਸਿਟੀ ਤੋਂ ਜੀ। ਮੈਂ ਵੀ
ਅਸੀਂ ਵੀ ਬਿਮਾਰ ਸੀਗੇ। ਸ਼ਮਸ਼ੇਰ ਜੀ ਨੇ ਪਹਿਲਾਂ 2-3 ਗਾਣੇ ਸਟਾਰਟਿੰਗ ਜਦੋਂ ਯੂਨੀਵਰਸਿਟੀ ਪੜ੍ਹਦੇ ਸੀਗੇ ਉਦੋਂ ਇਦਾਂ ਹੁੰਦਾ ਸੀ ਵੀ ਨਾਮ ਹੋਵੇ, ਦੁਨੀਆ ਜਾਣੇ, ਗਾਣੇ ਹਿੱਟ ਹੋਣ, ਸਾਰੀ ਚੀਜ਼ਾਂ ਹੁਣ ਸਾਡੇ ਅੰਦਰ ਵੀ ਸੀਗਾ। ਕੁਝ ਕਰਮ ਇਦਾਂ ਦੇ ਸੀਗੇ, ਕੋਈ ਮਾਲਕ ਨੇ ਵੀ ਇੱਕ ਅਵਸਥਾ ਥੋੜੀ ਚੇਂਜ ਹੋ ਗਈ। ਅਸੀਂ ਮਤਲਬ ਮਾਲਕ ਦੇ ਘਰ ਦੀ ਗੱਲ ਕਰਨ 'ਚ ਹੈ ਨਾ, ਤੇ ਸੱਚ ਗੱਲ ਕਰਨ 'ਚ ਸਾਨੂੰ ਆਪ ਦੇ ਆਪ ਨੂੰ ਸਾਨੂੰ ਚੰਗਾ ਲੱਗਦਾ ਹੈ, ਸਾਨੂੰ ਖੁਦ ਨੂੰ ਹੀ ਸਕੂਨ ਦਿੰਦਾ ਹੈ। ਤੇ ਫਿਰ ਸਾਡੀ ਕੋਸ਼ਿਸ਼ ਜਿਵੇਂ ਪੂਰੀ ਟੀਮ ਮਿਲ ਕੇ ਸ਼ਮਸ਼ੇਰ ਜੀ ਔਰ ਮਾਲਕ ਅੱਜ ਕੱਲ ਜਿਵੇਂ ਕਰੋਨਾ ਸਟਾਰਟ ਹੋਇਆ ਨਾ, ਕਰੋਨਾ ਦੇ ਟਾਈਮ ਅਰਦਾਸ ਗੀਤ ਰਿਲੀਜ਼ ਕੀਤਾ ਸੀ ਅਸੀਂ ਮੋਬਾਈਲ ਤੇ ਬਣਾ ਕੇ ਉਹ ਕੀਤਾ ਸੀ, ਤੇ ਲੋਕਾਂ ਨੇ ਉਹਨੂੰ ਬੜਾ ਪਿਆਰ ਦਿੱਤਾ। ਉਹਦੇ 'ਚ ਜਿਹੜੀ ਵੀਡੀਓ ਸੀ ਉਹ ਮੋਬਾਈਲ ਨਾਲ ਹੀ ਬਣਾਈ ਹੋਈ ਸੀਗੀ, ਕੋਈ ਉਹਦੇ 'ਚ ਇਦਾਂ ਨਹੀਂ ਵੀ ਬੜੇ ਵੱਡੇ ਪ੍ਰੋਜੈਕਟ ਸੀਗੇ। ਅਸੀਂ ਸੋਚਿਆ ਵੀ ਨਹੀਂ, ਲੋਕ ਸਿੱਧੀ ਸਾਦੀ ਚੀਜ਼ ਨੂੰ, ਸਾਫ ਸੁਥਰੀ ਸ਼ਬਦਾਵਲੀ ਨੂੰ ਵੀ ਪਿਆਰ ਕਰਦੇ ਆ। ਹਾਂਜੀ ਬਿਲਕੁਲ। ਔਰ ਜਿੰਨੇ ਵੀ ਅਸੀਂ ਤੁਹਾਡੇ ਗੀਤ ਸੁਣੇ ਬਹੁਤ ਸਾਫ ਸੁਥਰੇ, ਔਰ ਇੱਕ ਵੱਖਰਾ ਹੀ ਸਕੂਨ ਜਾਇਆ ਜਦੋਂ ਅਸੀਂ ਉਹ ਗੀਤ ਸੁਣਦੇ ਹਾਂ, ਤੇ ਇੱਕ ਅਲੱਗ ਹੀ ਆਪਾਂ ਕਹਿੰਦੇ ਨੇ ਕਿ ਇੱਕ ਅਲੱਗ ਹੀ ਜਗ੍ਹਾ ਦੇ ਵਿੱਚ ਇਨਸਾਨ ਪਹੁੰਚ ਜਾਂਦਾ ਹੈ ਕਿ ਵਾਕਈ ਇਹ ਦੁਨੀਆਦਾਰੀ ਭੁੱਲ ਜਾਂਦਾ ਹੈ ਇਨਸਾਨ। ਜੀ ਤੁਸੀਂ ਕੁਝ ਕਹਿ ਰਹੇ ਸੀ। ਸੱਚ ਦੇ ਵਿੱਚ ਕਰੰਟ ਹੁੰਦਾ ਹੈ। ਬਿਲਕੁਲ ਸਹੀ। ਝੂਠ ਤਾਂ ਝੂਠ ਹੀ ਹੁੰਦਾ ਹੈ ਜੀ। ਤੇ ਜਦੋਂ ਸੱਚ ਬੋਲ ਕੇ ਸਾਨੂੰ ਨਾਲੇ ਤਾਂ ਸਾਡੇ ਆਪ ਦੀ ਆਤਮਾ ਖੁਸ਼ ਹੁੰਦੀ ਹੈ, ਬਿਲਕੁਲ ਜੀ, ਤੇ ਨਾਲੇ ਉਹੀ ਪਿਆਰ ਮਿਲ ਰਿਹਾ, ਫਿਰ ਝੂਠ ਬੋਲਣ ਦੀ ਕੀ ਲੋੜ ਹੈ। ਬਿਲਕੁਲ। ਫਿਰ ਨਾਲੇ ਝੂਠ ਬੋਲੀਏ ਤਾਂ ਵੀ ਕਿਹਦੇ 'ਚ ਬੋਲੀਏ, ਸਾਰੇ ਆਪਣੀ ਹੈ, ਸਾਰੇ ਆਪਣੇ ਉਸ ਮਾਲਕ ਦੇ ਬੱਚੇ ਹੈ ਜਿਹਨੇ ਸਾਨੂੰ ਇਨਸਾਨ ਬਣਾਇਆ ਹੈ। ਜੀ। ਫਿਰ ਝੂਠ ਕਿਉਂ ਬੋਲੀਏ? ਫਿਰ ਜੇ ਝੂਠ ਬੋਲਾਂਗੇ ਤਾਂ ਅੱਗੇ ਜਾ ਕੇ ਜਵਾਬ ਵੀ ਦੇਣਾ ਪਊਗਾ। ਬਿਲਕੁਲ ਸਹੀ। ਇਹ ਦੁਨੀਆ 'ਚ ਇੰਨੀ ਤਕਲੀਫਾਂ ਹੈ ਨਾ, ਇੰਨੀ ਟੈਨਸ਼ਨਾਂ, ਲੋਕ ਡਿਪਰੈਸ਼ਨ ਜਾ ਰਹੇ ਹੈ, ਇਹ ਐਸੇ ਕਰਕੇ ਜਾ ਰਹੇ ਹੈ ਵੀ ਆਪਾਂ ਮਾਲਕ ਨੂੰ, ਵਾਹਿਗੁਰੂ ਨੂੰ ਹੈ ਨਾ ਹਾਜ਼ਰ ਨਾਜ਼ਰ ਨਹੀਂ ਸਮਝਦੇ। ਆਪਾਂ ਸੋਚਦੇ ਹਾਂ ਆਪਾਂ ਇੱਕ ਬੰਦੇ ਦੇ ਅੰਦਰ ਬੜੀ ਉਹ ਹੈ, ਜਦੋਂ ਪੁੰਨ ਕਰਦੇ ਆ ਨਾ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਕਿਸੇ ਵੀ ਮੰਦਿਰ ਮਸਜਿਦ ਜਾ ਕੇ ਕੋਈ ਵੀ ਚੰਗਾ ਕੰਮ ਕਰਦੇ ਆ, ਸੇਵਾ ਕਰਦੇ ਆ, ਉਦੋਂ ਆਪਾਂ ਸੋਚਦੇ ਹਾਂ ਵੀ ਮਾਲਕ ਆਪਣੀ ਸੇਵਾ ਨੂੰ ਵੇਖ ਰਿਹਾ ਹੈ। ਆਪਾਂ ਜੇ ਜੁੱਤੀਆਂ ਸਾਫ਼ ਕਰ ਰਹੇ ਹਾਂ ਸੰਗਤ ਦੀਆਂ, ਕੁਝ ਵੀ ਆਪਾਂ ਦੇਖਦੇ ਹਾਂ ਵੀ ਮਾਲਕ ਸਾਨੂੰ ਦੇਖ ਰਿਹਾ ਹੈ, ਇਹਦਾ ਸਾਨੂੰ ਫਲ ਮਿਲੂਗਾ। ਤੇ ਜਦੋਂ ਆਪਾਂ ਗਲਤ ਕੰਮ ਕਰਦੇ ਹਾਂ, ਕੋਈ ਵੀ ਪਾਪ ਕਰਦੇ ਹਾਂ, ਉਦੋਂ ਆਪਾਂ ਸੋਚਦੇ ਨਹੀਂ ਵੀ ਮਾਲਕ ਵੇਖ ਰਿਹਾ ਹੈ। ਬਿਲਕੁਲ ਸਹੀ। ਖੇਤ ਦੇ ਵਿੱਚ ਜੇ 5 ਸਾਲ ਦਾ ਬੱਚਾ ਖੜਾ ਹੈ, ਕਿਸੇ ਦੇ ਘਰੇ ਬਾਹਰ ਘਰ ਦੇ ਮੂਹਰੇ 5 ਸਾਲ ਦਾ ਬੱਚਾ ਖੜਾ, ਆਪਾਂ ਕੋਈ ਵੀ ਉਹਦੇ ਘਰੋਂ ਚੋਰੀ ਕਰਨ ਤੋਂ, ਕੋਈ ਵੀ ਏਦਾਂ ਦਾ ਗਲਤ ਕੰਮ ਕਰਨ ਤੋਂ ਡਰਦੇ ਹਾਂ। ਘਰ ਦੇ ਅੰਦਰ ਵੀ ਆਪਣੇ ਬੱਚਾ ਖੜਾ ਹੁੰਦਾ, ਬੱਚਾ ਜਾਗਦਾ ਹੋਵੇ ਘਰੇ, ਆਪਾਂ ਕੋਈ ਏਦਾਂ ਦੀ ਗੱਲ ਕਹਿਣੀ ਹੋਵੇ, ਕੋਈ ਗਾਲ ਹੀ ਕੱਢਣੀ, ਆਪਾਂ ਡਰਦੇ ਹਾਂ ਵੀ ਨਹੀਂ ਇਹ ਬੱਚਾ ਹੈਗਾ। ਤੇ ਮਾਲਕ ਦਾ ਆਪਾਂ ਨੂੰ ਬੱਚੇ ਜਿੰਨਾ ਡਰ ਵੀ ਹੈ ਨਹੀਂ। ऐसे करके पूरी दुनिया ਦੇ ਅੰਦਰ ਹੈ ਨਾ ਸਾਇੰਸ ਤਰੱਕੀ ਕਰਦੀ ਹੈ शारीरिक ਸੁੱਖ ਵਾਸਤੇ। ਜਿਹੜੀ ਆਤਮਾ ਦੀ ਅਵਸਥਾ ਹੈ ਅੰਦਰ, ਜਿਹੜੀ ਸੱਚੀ ਪੀਸ ਮਿਲਣਾ ਹੈ, ਸ਼ਾਂਤੀ ਮਿਲਣੀ ਹੈ, ਉਹ ਅੰਦਰੋਂ ਮਿਲਣੀ ਹੈ, ਬਾਹਰ ਕਿਤੇ ਸ਼ਾਂਤੀ ਚੈਨ ਹੈ ਨਹੀਂ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਨਾ, ਉਹ ਵਾਕਈ ਝੂਠ ਤੇ ਆਪਾਂ ਹਰ ਇੱਕ ਗੱਲ ਤੇ, ਕੋਈ ਛੋਟੀ ਛੋਟੀ ਗੱਲ ਵੀ ਹੋਵੇ ਤਾਂ ਅਕਸਰ ਦੇਖਦੇ ਹਾਂ ਝੂਠ ਮਾਰ ਦਿੰਦੇ ਹਾਂ ਕਿ ਠੀਕ ਆ, ਨਿੱਕੀ ਜੀ ਗੱਲ ਜੇ ਕਿਸੇ ਦਾ ਕਹਿ ਦਿੰਦੇ ਹੁੰਦੇ ਕਿ ਜੇ ਕਿਸੇ ਦਾ ਭਲਾ ਵੀ ਕਰਨਾ, ਛੋਟਾ ਮੋਟਾ ਝੂਠ ਬੋਲਣਾ ਪਏ ਤਾਂ ਉਹ ਝੂਠ ਵੀ ਅਸੀਂ ਬੋਲ ਦਿੰਦੇ ਹਾਂ। ਉਹ ਝੂਠ ਬੋਲਣਾ ਜ਼ਰੂਰੀ ਹੈ, ਚਾਹੀਦਾ ਹੈ। ਸਾਰੀ ਦੁਨੀਆ ਫਾਰਮੈਲਿਟੀਆਂ ਕਰ ਰਹੀ ਹੈ। ਬਿਲਕੁਲ ਸਹੀ। ਰਿਸ਼ਤੇ ਨਾਤਿਆਂ 'ਚ ਕਿਤੇ ਚਲੇ ਜਾਓ, ਸਾਰੀ ਦੁਨੀਆ ਹੀ ਫਾਰਮੈਲਿਟੀਆਂ ਕਰ ਰਹੀ ਹੈ। ਕੋਈ ਨਹੀਂ ਜ਼ਿੰਦਗੀ ਜੀ ਰਿਹਾ, ਸਭ ਫਾਰਮੈਲਿਟੀਆਂ, ਉੱਪਰੋਂ ਲਿਪੇ ਪੋਚੇ ਮਿੱਠੇ ਜੇ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ, ਅੰਦਰ ਤਾਂ ਸਭ ਦੇ ਹਾਏ ਹਾਏ ਲੱਗ ਰਹੀ ਹੈ। ਬਿਲਕੁਲ। ਸੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਹੈ ਨਾ ਕਿ ਪਹਿਲਾਂ ਅਸੀਂ ਵੀ ਇੱਦਾਂ ਨਹੀਂ ਸੀਗੇ, ਇੱਦਾਂ ਦੀ ਅਸੀਂ ਗਾਇਕੀ ਨਹੀਂ ਸੀ, ਫਿਰ ਕੀ ਇੱਦਾਂ ਦਾ ਤੁਹਾਡੀ ਲਾਈਫ ਦੇ ਵਿੱਚ ਹੋਇਆ, ਇੱਦਾਂ ਦਾ ਕੋਈ ਇਨਸੀਡੈਂਸ ਹੋਇਆ ਜਿਸ ਤੋਂ ਬਾਅਦ ਤੁਸੀਂ ਇਸ ਗਾਇਕੀ ਵੱਲੇ ਜਾਂ ਇੱਦਾਂ ਦਾ ਇਹ ਰਾਹ ਚੁਣਿਆ? ਅਸੀਂ ਇੰਟਰਵਿਊ 'ਚ ਜੇ ਕੈਮਰੇ ਦੇ ਸਾਹਮਣੇ ਗੱਲਾਂ ਕਰਦੇ ਆ ਨਾ, ਕਈ ਵੈਸੇ ਆਪਾਂ ਨੂੰ ਚਿੰਤਾ ਨਹੀਂ ਹੈ ਇਹਨਾਂ ਗੱਲਾਂ ਦੀ, ਕਈ ਲੋਕ ਕਹਿਣ ਲੱਗਦੇ ਵੀ ਆਪ ਦੇ ਆਪ ਨੂੰ ਪ੍ਰਮੋਟ ਕਰ ਰਹੇ ਹੈ ਨਾ, ਵੀ ਆਪ ਦੀ ਇਹ ਗੱਲਾਂ ਦੱਸ ਕੇ। ਉਹ ਸਕ੍ਰਿਪਟ ਕੁਦਰਤੀ ਮਾਲਕ ਨੇ ਲਿਖੀ ਹੁੰਦੀ ਹੈ, ਬੜੇ ਗਰੀਬ ਘਰ ਚੋਂ ਉੱਠੇ ਹੋਏ ਆ, ਹੈ ਨਾ, ਤੇ ਬੜੀ ਸਟਰਗਲ ਕੀਤੀ ਹੈ ਲਾਈਫ ਦੇ ਅੰਦਰ। ਬੱਸ ਦੇ ਵਿੱਚ ਮੈਂ ਸੰਤਰੇ ਵੇਚੇ ਹੋਏ ਆ। ਤੇ ਉਸ ਤੋਂ ਬਾਅਦ ਜਦੋਂ ਮੈਂ 21-22 ਸਾਲ ਦਾ ਸੀਗਾ, ਉਦੋਂ ਮਤਲਬ ਘਰੇ ਸਾਰੇ ਮਾਂ ਦੇ ਜਿਹੜੇ ਗਹਿਣੇ ਸੀਗੇ ਉਹ ਵੇਚ ਕੇ, ਜ਼ਮੀਨ ਵੀ ਸਾਡੀ ਸੀਗੀ, ਮਤਲਬ 2 ਕਿੱਲੇ ਜ਼ਮੀਨ ਸੀਗੀ, ਉਹ ਜ਼ਮੀਨ ਵੀ ਵੇਚ ਕੇ ਫਿਰ ਮੈਂ ਪੈਟਰੋਲ ਪੰਪ ਲਾਇਆ। 21 ਸਾਲ ਦੀ ਉਮਰ 'ਚ ਕੋਈ ਮੇਰੇ ਬੈਕਗ੍ਰਾਉਂਡ ਨਹੀਂ ਸੀਗਾ ਵੀ ਕੋਈ ਮੈਂ ਮੰਤਰੀ ਦਾ ਮੁੰਡਾ ਜਾਂ ਕੋਈ ਵੱਡੇ ਬਿਜ਼ਨਸਮੈਨ ਦਾ, ਪਰ ਮਾਲਕ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੱਕ ਦਿਮਾਗ ਦੇ ਅੰਦਰ ਹੈ ਨਾ ਇੱਕ ਧੁਨ ਸੀਗੀ ਵੀ ਨਹੀਂ ਕਰਨਾ ਹੈ। ਪੈਟਰੋਲ ਪੰਪ ਫਿਰ ਥੋੜਾ ਜਿਹਾ ਠੀਕ ਠਾਕ ਹੋਇਆ, ਵੇਚਿਆ, ਫਿਰ ਗੈਸ ਏਜੰਸੀਆਂ ਲਾ ਲੀਆਂ, ਹੈ ਨਾ, ਫਿਰ ਸਾਰੀ ਚੀਜ਼ਾਂ 'ਚ ਲੀਡਰਾਂ ਨਾਲ ਵੀ ਉੱਠਣਾ ਬੈਠਣਾ ਸ਼ੁਰੂ ਕੀਤਾ। ਬਿਮਾਰੀਆਂ ਸੀਗੀਆਂ, ਸਾਰਿਆਂ ਜਾ ਕੇ ਸਭ ਕੁਝ ਕਰਕੇ ਦੇਖਿਆ ਵੀ ਨਹੀਂ, ਇਹ ਸਾਰੇ ਕਿਸੇ ਵੀ ਕਿਤੇ ਕਿਸੇ ਚੈਨ ਹੈ ਨਹੀਂ, ਸ਼ਾਂਤੀ ਹੈ ਨਹੀਂ, ਅਸਲ ਕੰਮ ਕੁਝ ਹੋਰ ਹੈ। ਆਪਾਂ ਇਸ ਗੱਲ ਤੇ ਵਿਚਾਰ ਕਰਨਾ ਵੀ ਆਪਾਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ ਤੇ ਕਾਹਦੇ ਵਾਸਤੇ ਆਏ ਹਾਂ। ਆਪਾਂ ਇਹ ਪੈਟਰੋਲ ਪੰਪ, ਗੈਸ ਏਜੰਸੀਆਂ, ਬਿਜ਼ਨਸ, ਇਹ ਖਾਣਾ ਲੈਣ ਵਾਸਤੇ, ਇਹਨਾਂ ਪੰਗਿਆਂ ਵਾਸਤੇ ਨਹੀਂ ਆਏ। ਮੈਂ ਮੇਰੀ ਨਿੱਕੀ ਜਿਹੀ ਲਾਈਫ 'ਚ ਤੁਸੀਂ ਮੰਨੋ
ਮੰਨੋਗੇ ਵੀ ਉਹਦੇ ਮਾਲਕ ਦੇ ਹੁਕਮ ਨਾਲ ਹੀ ਵੱਡੇ ਵੱਡੇ ਕੰਮ ਕਰ ਲਏ। ਮੈਂ ਮਾਈਨਿੰਗ ਦਾ ਕੰਮ ਵੀ ਕੀਤਾ ਹੈ, ਓਕੇ 2 ਜ਼ਿਲ੍ਹਿਆਂ ਦਾ ਹੈ ਨਾ। ਉਹ ਬੜੇ ਬਦਮਾਸ਼ਾਂ ਵਾਲਾ ਗੁੰਡਾਗਰਦੀ ਵਾਲਾ ਕੰਮ ਹੁੰਦਾ ਹੈ, ਤੇ ਕਿਉਂਕਿ ਝਗੜੇ ਹੁੰਦੇ, ਪਿੰਡਾਂ ਦੇ ਲੋਕ ਹੁੰਦੇ, ਹੋਰ ਹੁੰਦੇ ਆ, ਤੇ ਸਾਰੀ ਚੀਜ਼ਾਂ ਜਾ ਕੇ ਦੇਖਿਆ, ਅੰਦਰੋਂ ਅੰਦਰ ਆਤਮਾ ਨੇ ਆਵਾਜ਼ ਦਿੱਤੀ ਵੀ ਨਹੀਂ, ਇਹ ਰਸਤਾ ਨਹੀਂ ਹੈ, ਤੂੰ ਗਲਤ ਰਸਤੇ ਤੇ ਪਿਆ ਹੈ। ਤੇ ਮਾਲਕ ਦੀ ਕਿਰਪਾ ਨਾਲ ਹੀ ਇਸ ਲਾਈਨ 'ਚ ਜੁੜਿਆ, ਤੇ ਅੱਗੇ ਵੀ ਮਾਲਕ ਨੂੰ ਡਰ ਕੇ ਕਹਿੰਦੇ ਆ ਵੀ ਚੰਗੇ ਪਾਸੇ ਲਾਈ ਰੱਖੀ ਮਾਲਕਾ। ਬਿਲਕੁਲ ਜੀ, ਬਿਲਕੁਲ। ਸੋ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਹਾਂ ਨਾ ਕਿੱਦਾਂ ਤੁਹਾਡੀ ਇਸ ਲਾਈਨ ਦੇ ਵਿੱਚ ਸ਼ੁਰੂਆਤ ਹੋਈ। ਤੁਸੀਂ ਦੋਨੋਂ ਰੀਅਲ ਬ੍ਰਦਰ ਨਹੀਂ ਹੋ ਆਈ ਥਿੰਕ, ਕਿਉਂਕਿ ਤੁਹਾਡੇ ਨਾਂ ਦੇ ਨਗਰ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਲੱਗਦਾ ਹੈ ਨਾ। ਸੋ ਫਿਰ ਤੁਹਾਡੇ ਦੋਨਾਂ ਦੀ ਆਪਸੀ ਮੁਲਾਕਾਤ ਕਿੱਦਾਂ ਹੋਈ? ਮੁਲਾਕਾਤ ਤਾਂ ਸੀਗਾ ਕਿ ਜੀ ਅਸੀਂ ਗੁਰਵਿੰਦਰ ਬਰਾੜ ਜੀ ਹੈ ਪੰਜਾਬੀ ਸਿੰਗਰ ਹੈ, ਉਹ ਕਾਮਨ ਫਰੈਂਡ ਸੀਗੇ ਸਾਡੇ, ਉੱਥੇ ਅਸੀਂ ਮਿਲੇ ਸੀਗੇ। ਤੇ ਬਸ ਉੱਥੇ ਬੈਠੇ ਜਦੋਂ ਪਹਿਲੀ ਵਾਰ ਮਿਲੇ ਤੇ ਸਕ੍ਰਿਪਟ ਜਿੱਦਾਂ ਪਹਿਲਾਂ ਗੱਲ ਹੋਈ ਮਾਲਕ ਨੇ ਲਿਖੀ ਹੁੰਦੀ ਹੈ ਨਾ ਜੀ, ਵਿਚਾਰ ਮਿਲੇ। ਹੁਣ ਸਾਡਾ ਪਿਆਰ ਤੇ ਭਰਾਵਾਂ ਤੋਂ ਵੀ ਜ਼ਿਆਦਾ ਹੈ। ਬਿਲਕੁਲ, ਤੇ ਮਾਲਕ ਇਹਨੂੰ ਬਰਕਰਾਰ ਰੱਖੇ ਜੀ। ਬਿਲਕੁਲ। ਤੇ ਕਦੇ ਸੋਚਿਆ ਸੀਗਾ ਕਿ ਅਸੀਂ ਦੋਨੋਂ ਇਸ ਲਾਈਨ ਦੇ ਵਿੱਚ ਏਦਾਂ ਇਕੱਠੇ ਗਾਵਾਂਗੇ ਜਾਂ ਅੱਗੇ ਆਵਾਂਗੇ? ਸੋਚਣ ਨਾਲ ਕੁਝ ਨਹੀਂ ਹੁੰਦਾ, ਬਿਲਕੁਲ ਹੁਕਮ ਨਾਲ ਹੁੰਦਾ ਹੈ। ਬਿਲਕੁਲ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸੋਚਣ ਨਾਲ ਸੋਚੈ ਸੋਚ ਨਾ ਹੋਵੇ ਜੇ ਸੋਚੈ ਲਖਵਾਰ। ਸੋਚਣ ਨਾਲ ਕੁਝ ਨਹੀਂ ਹੁੰਦਾ, ਉਹ ਡਾਇਰੈਕਟਰ ਉੱਪਰ ਬੈਠਾ ਹੈ, ਸਾਡੇ ਅੰਦਰ ਵੀ ਬੈਠਾ ਹੈ। ਬਿਲਕੁਲ। ਤੇ ਉਹ ਡਾਇਰੈਕਟਰ ਜਿਵੇਂ ਜਿਵੇਂ ਡਾਇਰੈਕਸ਼ਨ ਦੇ ਰਿਹਾ ਹੈ ਉਵੇਂ ਉਵੇਂ ਹੋ ਰਿਹਾ। ਬਿਲਕੁਲ ਬਿਲਕੁਲ। ਤੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਸੀ ਕਿ ਅੱਜ ਕੱਲ ਹਰ ਕੋਈ ਫਾਰਮੈਲਿਟੀਜ਼ ਕਰ ਰਿਹਾ ਹੈ ਨਾ, ਤੇ ਤੁਹਾਡਾ ਇੱਕ ਗੀਤ ਪਿਆ ਸੀ ਫਾਰਮੈਲਿਟੀਜ਼ ਦੇ ਉੱਪਰ, ਉਹਦੀਆਂ ਵੀ ਮੈਂ ਚਾਹਾਂਗੀ ਕਿ ਤੁਸੀਂ 2 ਲਾਈਨਾਂ ਜ਼ਰੂਰ ਸਾਂਝੀਆਂ ਕਰੋ। ਮੌਕੇ ਤੇ ਕੋਈ ਕਦਰ ਨਹੀਂ ਕਰਦਾ, ਬਾਅਦ ਚ ਉਤਸਵ ਕਰਦੇ ਐ ਸਭ ਫਾਰਮੈਲਿਟੀਆਂ ਕਰਦੇ ਐ ਸਭ ਫਾਰਮੈਲਿਟੀਆਂ ਕਰਦੇ ਐ ਸਭ ਫਾਰਮੈਲਿਟੀਆਂ। बाप बड़ा ना भैया पाई, सबसे बड़ा रुपया पाई। सुन के ए गल हस दे सी, पर अज ए सच हो गईया पाई। पैसे वाला वेख के लोकी चरना विच सिर धरदे, सब फार्मैलिटियां करदे ऐ सब फार्मैलिटियां करदे ऐ सब फार्मैलिटियां। ਬਿਲਕੁਲ ਜੀ। ਔਰ ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਹੈ ਨਾ, ਅਸੀਂ ਜੇ ਕਿਤੇ ਰਿਸ਼ਤੇਦਾਰੀ ਦੇ ਘਰੇ ਵੀ ਜਾਈਏ ਨਾ, ਤਾਂ ਅਗਲੇ ਵੀ ਬੰਦਾ ਦੇਖ ਕੇ ਹੈ ਨਾ ਬਹੁਤ ਫਾਰਮੈਲਿਟੀ ਕਰਦੇ, ਅੱਛਾ ਜੀ ਉਹ ਆਇਆ ਜਾਂ ਇੱਦਾਂ ਦਾ ਅਸੀਂ ਇਹ ਪੇਸ਼ ਕਰਨਾ ਆ। ਕਿੰਨਾ ਕੁ ਫਾਰਮੈਲਿਟੀਜ਼ ਦੇ ਵਿੱਚ ਯਕੀਨ ਰੱਖਦੇ ਹੋ? ਹੋਣੀਆਂ ਚਾਹੀਦੀਆਂ? ਨਹੀਂ, ਪਿਆਰ ਖਤਮ ਹੋ ਗਿਆ ਬਿਲਕੁਲ। ਬਿਲਕੁਲ, ਕੱਲੀਆਂ ਫਾਰਮੈਲਿਟੀਆਂ ਹੀ ਰਹਿ ਗਈਆਂ। ਬਿਲਕੁਲ। ਇਹ ਜਦੋਂ ਦੇ ਮੋਬਾਈਲ ਆਏ ਹੈ ਨਾ, ਇਹ ਮੋਬਾਈਲਾਂ ਨੇ ਪਿਆਰ ਬਿਲਕੁਲ ਖਤਮ ਕਰ ਦਿੱਤਾ ਜੀ। ਅੱਜ ਕੱਲ ਤਾਂ ਪਿਆਰ ਦੀ ਗੱਲ ਦੇਖੀਏ, ਜੇ ਆਪਾਂ ਹੁਣ ਘਰੇ 3 ਜਣੇ ਬੈਠੇ ਆ ਨਾ, ਤੁਹਾਡੇ ਕੋਲ ਤੁਹਾਡਾ ਫੋਨ, ਮੇਰੇ ਕੋਲ ਮੇਰਾ, ਇਹਨਾਂ ਕੋਲ ਇਹਨਾਂ ਦਾ, ਤੇ ਆਪਸ 'ਚ ਬੈਠੇ ਫੋਨ ਤੇ ਲੱਗ ਰਹੇ ਹੁੰਦੇ ਆ, ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ ਹੁੰਦੇ। ਬਿਲਕੁਲ। ਅੱਜ ਕੱਲ ਇਹ ਫੋਨ ਨੇ ਸਾਰੀ ਦੁਨੀਆ ਦਾ ਬੇੜਾ ਗਰਕ ਕਰਤਾ। ਬਿਲਕੁਲ। ਤੇ ਫਾਰਮੈਲਿਟੀਆਂ ਰਹਿ ਗਈਆਂ, ਕੋਈ ਪਿਆਰ ਨਹੀਂ ਰਿਹਾ। ਸਾਰੀ ਦੁਨੀਆ ਗਰਜਦੀ ਨਹੀਂ ਤੇ ਉਸਰੇ ਮੰਦਰ ਅੱਖੀਂ ਵੇਖ ਭਰਾਵਾ, ਮਤਲਬ ਨਿਕਲਿਆ ਕੌਣ ਕਿਸ ਦਾ, ਫਿਰ ਪਿੱਛੋਂ ਪਛਤਾਵਾ। ਫਿਰ ਪਿੱਛੋਂ ਪਛਤਾਵੇ ਰਹਿੰਦਾ ਵੀ ਮੈਂ ਉਹਦੇ ਲਈ ਇਹ ਕੀਤਾ, ਮੈਂ ਉਹਦੇ ਲਈ ਇਹ ਕੀਤਾ। ਸਾਰੀ ਦੁਨੀਆ ਹੀ ਬਸ ਫਾਰਮੈਲਿਟੀਆਂ ਤੇ ਤੁਲੀ ਵੀ ਹੈ ਜੀ। ਪਿੱਛੇ ਕਰੋਨਾ ਦੇ ਟਾਈਮ ਗੰਗਾ ਜਲ ਗਾਣਾ ਲਿਖਿਆ ਸੀ ਜੀ, ਬੇਸ਼ੁਕਰੇ ਜੇ ਹੋ ਗਏ ਸਾਰੇ, ਸ਼ੁਕਰ ਨਾ ਕੋਈ ਜਾਣੇ, ਮਤਲਬ ਕੱਢ ਕੇ ਪਾਸੇ ਹੁੰਦੇ ਹੋ ਗਏ ਲੋਕ ਸਿਆਣੇ। ਹੱਥ ਹੱਥ ਨੂੰ ਖਾਂਦਾ ਧੋਖੇਬਾਜ਼ੀ ਸਿਖਰਾਂ ਛੋ ਰਹੀ ਹੈ, ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਪ੍ਰੇਮ ਖਤਮ ਹੀ ਹੋ ਗਿਆ। ਬਿਲਕੁਲ। ਤੇ ਇਹ 2 ਅਸੀਂ ਕਹਾਂਗੇ ਕਿ ਇਹ ਗੀਤ ਦੇ ਜ਼ਰੀਏ ਵੀ ਤੁਸੀਂ ਬੋਲ ਕੇ ਜ਼ਰੂਰ ਸੁਣਾਓ। बेशुक्रे जे हो गए सारे, शुक्र ना कोई जाने, मतलब कड के पासे हुंदे हो गए लोक सियाने। मतलब कड के पासे हुंदे हो गए लोक सियाने। हथ हथ नू खांदे धोखे, बाजी सिखरां छो रही है, गंगा जल नू छड़ के अज कल हथ अलकोल ना तो रही है। वाह
ਜੀ ਵਾਹ। ਔਰ ਵਾਕਈ ਜਿੱਦਾਂ ਕਰੋਨਾ ਦਾ ਟਾਈਮ ਆਇਆ ਸੀਗਾ ਤਾਂ ਸਾਰਿਆਂ ਨੂੰ ਇਹੀ ਸੀ ਕਿ ਤੁਸੀਂ ਇਦਾਂ ਇਹ ਕੁਝ ਕਰਨਾ ਹੈ, ਸੈਨੀਟਾਈਜ਼ ਯੂਜ਼ ਕਰਨਾ ਹੈ। ਔਰ ਉਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਅੱਛਾ ਜਿਨ੍ਹਾਂ ਨੂੰ ਕਰੋਨਾ ਹੈ ਤਾਂ ਉਹ ਡਰਿੰਕ ਕਰਨ, ਉਲਟਾ ਨਹੀਂ ਤਾਂ ਅਸੀਂ ਇਹ ਚੀਜ਼ ਕਹਿੰਦੇ ਹੁੰਦੇ ਕਿ ਇਹ ਬਹੁਤ ਮਾੜੀ ਚੀਜ਼ ਹੈ, ਨਹੀਂ ਕਰਨੀ ਚਾਹੀਦੀ ਹੈ ਨਾ। ਸੋ ਉਦੋਂ ਇਹ ਵੀ ਸਭ ਕੁਝ ਕਰੋ। ਸੋ ਇਹ ਵੀ ਕਹਿ ਸਕਦੇ ਕਿ ਮਾਲਕ ਦੇ ਰੰਗ ਸੀ ਜਾਂ ਜੋ ਦੁਨੀਆ ਕਰਵਾ ਰਹੀ ਸੀ। ਪ੍ਰਕਿਰਤੀ ਨਾਲ ਬਹੁਤ ਛੇੜਛਾੜ ਕਰੀ ਹੈ ਬਿਲਕੁਲ, ਤੇ ਹੁਣ ਵੀ ਨਹੀਂ ਹਟਦੇ। ਅਸੀਂ ਮਾਲਕ ਨੂੰ ਭੁੱਲੇ ਬੈਠੇ ਆ ਤੇ ਸਾਰੇ ਦੁਖੀ ਆ ਜੀ। ਪਿੱਛੇ ਕਰੋਨਾ ਦੇ ਟਾਈਮ ਮੈਂ ਸੈਨੀਟਾਈਜ਼ਰ ਤੇ ਵੀ 2 ਲਾਈਨਾਂ ਲਿਖੀਆਂ ਸੀਗੀਆਂ। ਆਪਾਂ ਕਿਸੇ ਵੀ ਚੀਜ਼ ਨੂੰ ਟੱਚ ਕਰਦੇ ਸੀ ਨਾ, ਫਿਰ ਸੈਨੀਟਾਈਜ਼ਰ ਲਾਉਂਦੇ ਸੀ, ਖਿੜਕੀ ਨੂੰ ਹੱਥ ਲਾਉਂਦੇ, ਆਪਾਂ ਘਰੇ ਸਬਜ਼ੀਆਂ ਲੈ ਕੇ ਆਉਂਦੇ, ਉਹਨਾਂ ਨੂੰ ਬਾਹਰ ਰੱਖਦੇ 3-3 ਦਿਨ, ਹੈ ਨਾ। ਤੇ ਉਦੋਂ 2 ਲਾਈਨਾਂ ਲਿਖੀਆਂ ਸੀ ਸੈਨੀਟਾਈਜ਼ਰ ਵਾਲਾ ਗਾਣਾ ਤੁਹਾਡੇ ਨਾਲ। ਜੀ ਜ਼ਰੂਰ। ਕਿਸੇ ਚੀਜ਼ ਨੂੰ ਟੱਚ ਕਰਨ ਤੋਂ ਵੀ ਘਬਰਾਉਨੇ ਆ, ਮਿੰਟ ਮਿੰਟ ਤੇ ਹੱਥਾਂ ਨੂੰ ਸੈਨੀਟਾਈਜ਼ਰ ਲਾਉਨੇ ਆ। ਜਿਹੜੇ ਦਿਲਾਂ ਨੂੰ ਵਾਇਰਸ ਲੱਗੇ, ਦਿਲਾਂ ਨੂੰ ਵਾਇਰਸ ਲੱਗੇ, ਆਓ ਉਹ ਵੀ ਸਾਫ਼ ਕਰੀਏ। ਕਿਸੇ ਤੋਂ ਮਾਫੀ ਮੰਗ ਲਈਏ ਤੇ ਕਿਸੇ ਨੂੰ ਮਾਫ ਕਰੀਏ। ਕਿਸੇ ਤੋਂ ਮਾਫੀ ਮੰਗ ਲਈਏ ਤੇ ਕਿਸੇ ਨੂੰ ਮਾਫ ਕਰੀਏ। ਉਹ ਹੱਥਾਂ ਵਾਲੇ ਵਾਇਰਸ ਤਾਂ ਸ਼ਾਇਦ ਕਿਸੇ ਚੀਜ਼ ਨਾਲ ਸਾਫ਼ ਹੋ ਜਾਣ, ਪਰ ਜਿਹੜੇ ਦਿਲਾਂ ਨੂੰ ਵਾਇਰਸ ਲੱਗੇ ਹੋਏ ਆ, ਇਹ ਮੇਨ ਤਾਂ ਇਹ ਵਾਇਰਸ ਸਾਫ਼ ਕਰਨੇ ਆ। ਬਿਲਕੁਲ ਜੀ। ਔਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਇੱਕ ਇਨਸਾਨ ਦੇ ਵਿੱਚ ਮੈਂ ਬੜੀ ਆ ਜਾਂਦੀ ਕਿ ਮੈਂ ਉਹ ਆ, ਮੈਂ ਇਹ ਆ। ਅਸੀਂ ਕਿਸੇ ਤੋਂ ਜੇ ਸਾਡੇ ਤੋਂ ਗਲਤੀ ਵੀ ਹੋ ਜਾਂਦੀ, ਅਸੀਂ ਮਾਫੀ ਨਹੀਂ ਮੰਗਦੇ। ਅਸੀਂ ਕਹਿ ਦਿੰਦੇ ਕਿ ਜੇ ਅਸੀਂ ਮਾਫੀ ਮੰਗ ਲਾਂਗੇ ਤੇ ਅਸੀਂ ਕਿਤੇ ਛੋਟੇ ਨਾ ਹੋ ਜਾਈਏ। ਇਹ ਚੀਜ਼ ਵੀ ਅੱਜ ਕੱਲ ਅਸੀਂ ਲੋਕਾਂ ਦੇ ਵਿੱਚ ਦੇਖਦੇ ਹਾਂ ਬਹੁਤ ਆ, ਹਨਾ। ਇਹਦੇ ਬਾਰੇ ਤੁਸੀਂ ਬਾਣੀ ਕਹਿੰਦੀ ਹੈ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੈ ਮੈਲ ਨਾ ਜਾਵੇ। ਜੇ ਕਹਿੰਦੇ ਤੁਸੀਂ ਬੰਦ ਕਰਕੇ ਸਰੀਰ ਕਟਾ ਦੋਗੇ ਨਾ, ਫਿਰ ਵੀ ਹਉਮੈ ਨਹੀਂ ਜਾਂਦੀ ਵੀ ਮੈਂ ਬੰਦ ਕਟਾਇਆ, ਮੈਂ ਇਹ ਕੀਤਾ, ਮੈਂ ਗੁਰਦੁਆਰਾ ਸਾਹਿਬ ਦੇ ਵਿੱਚ 4 ਕਮਰੇ ਬਣਾਤੇ, ਉਹਨੇ 1 ਲੱਖ ਸੇਵਾ ਦਿੱਤੀ, ਮੈਂ 1.5 ਲੱਖ ਦਿੱਤੀ, ਉਹਨੇ 2 ਵਾਟਰ ਕੂਲਰ ਲਵਾਏ, ਮੈਂ 4 ਲਵਾਏ, ਇਹ ਮੈਂ ਨਹੀਂ ਜਾਂਦੀ। ਬਿਲਕੁਲ। ਇਹ ਤਾਂ ਜੋ ਦੀ ਬਹੁਤ ਹੀ ਮਾਲਕ ਦੀ ਬਹੁਤ ਹੀ ਕਿਰਪਾ ਹੋਵੇ, ਬਹੁਤ ਹੀ ਦਇਆ ਮਿਹਰ ਹੋਵੇ, ਫਿਰ ਤਾਂ ਭਾਵੇਂ ਜਾਵੇ, ਨਹੀਂ ਤਾਂ ਇਹ ਮੈਂ ਨੇ ਸਭ ਨੂੰ ਖਾ ਲਿਆ। ਬਿਲਕੁਲ ਜੀ। ਔਰ ਮੈਂ ਕਹਿੰਦੇ ਹੁੰਦੇ ਆ ਕਿ ਇੱਕ ਇਨਸਾਨ ਜੇ ਨੀਵਾਂ ਹੋ ਕੇ ਰਹੂਗਾ ਤਾਂ ਹਨਾ ਬਹੁਤ ਸਿਖਰਾਂ ਤੇ ਪਹੁੰਚ ਜਾਂਦਾ ਹੈ। ਤੇ ਜੇ ਮੈਂ ਲੱਗੇ ਨਾ ਤੱਤੀ ਬਾਹੂ ਜੀ। ਬਿਲਕੁਲ। ਪਰ ਇਹ ਨੀਵੇਂ ਉਹ ਚੱਲਣਗੇ ਜਿਨ੍ਹਾਂ ਨੂੰ ਹੁਣ ਤੁਸੀਂ ਦਫ਼ਤਰ ਦੇ ਵਿੱਚ ਬੈਠੇ ਹੋ, ਤੁਹਾਡਾ ਅਫਸਰ ਤੁਹਾਡੇ ਸਿਰ ਤੇ ਬੈਠਾ ਹੈ, ਤੁਸੀਂ ਨੀਵੇਂ ਹੋ ਕੇ ਰਹੋਗੇ। ਜੇ ਤੁਹਾਡਾ ਅਫਸਰ ਤੁਹਾਡੇ ਸਿਰ ਤੇ ਨਹੀਂ, ਤੁਸੀਂ ਆਪ ਹੀ ਅਫਸਰ ਬਣ ਜਾਓਗੇ। ਹੁਣ ਸਾਡੇ ਅੰਦਰ ਹਨੇਰਾ ਪਿਆ ਹੈ, ਸਾਡੇ ਅੰਦਰ ਮਾਲਕ ਦੀ ਸਾਨੂੰ ਜੋਤ ਨਹੀਂ ਨਜ਼ਰ ਆ ਰਹੀ, ਤਾਂ ਅਸੀਂ ਆਪ ਹੀ ਰੱਬ ਬਣੇ ਬੈਠੇ ਹਾਂ। ਇਹ ਨੀਵਾਂ ਉਹ ਹੋਊਗਾ ਜਿਹਦੇ ਅੰਦਰ ਮਾਲਕ ਦੀ ਕਿਰਪਾ ਹੈ ਤੇ ਜਾਂ ਉਹਦਾ ਪ੍ਰਕਾਸ਼ ਹੋਇਆ। ਬਿਲਕੁਲ। ਤੇ ਇਹ ਜਿਹੜਾ ਕੋਈ ਬਿਰਲਾ ਹੈ, ਜੱਗ ਮੈਂ ਉੱਤਮ ਕਾਢੀਏ ਬਿਰਲੇ ਕਈ ਕਰੋੜਾਂ ਚੋਂ ਇੱਕ ਅੱਧਾ ਹੈ। ਜੇ ਨੀਵੇਂ ਹੋ ਕੇ ਰਹੀਏ ਫਿਰ ਘਰਾਂ ਝਗੜੇ ਹੀ ਨਹੀਂ ਰਹਿੰਦੇ ਜੀ। ਝਗੜੇ ਇਸ ਚੀਜ਼ ਦੇ ਆ। ਤੇ ਘਰ 'ਚ 5 ਮੈਂਬਰ ਹੁੰਦੇ, ਆਪਸ ਨਹੀਂ ਬਣਦੀ, ਭਰਾ ਦੇ ਨਹੀਂ ਬਣਦੀ, ਭੈਣ ਭਰਾ ਦੇ ਨਹੀਂ ਬਣਦੀ। ਉਹ ਚੱਕਰ ਕੀ ਹੈ ਵੀ ਹਰ ਬੰਦੇ ਦਾ ਸੌਫਟਵੇਅਰ ਅੱਡ ਹੈ, ਕਰਮਾਂ ਦੇ ਹਿਸਾਬ ਨਾਲ ਇਹ ਸੌਫਟਵੇਅਰ ਬਣਿਆ ਹੋਇਆ ਹੈ। ਹਰ ਬੰਦੇ ਦੀ ਸੋਚ ਅੱਡ ਹੈ ਨਾ। ਉਹ ਬੰਦਾ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਵੀ ਜੋ ਸਾਹਮਣੇ ਵਾਲਾ ਹੈ, ਮੇਰਾ ਭਰਾ ਹੈ ਜਾਂ ਮੇਰੀ ਭੈਣ ਹੈ ਜਾਂ ਬੱਚੇ ਹੈ, ਉਹਨਾਂ ਦੇ ਸੌਫਟਵੇਅਰ ਅੱਡ ਅੱਡ ਹੈ। ਬੰਦਾ ਆਪ ਦੇ ਹਿਸਾਬ ਨਾਲ ਸਿਸਟਮ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦਾ ਸੌਫਟਵੇਅਰ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਕੰਮ ਕਰਦਾ ਹੈ। ਐਸੇ ਕਰਕੇ ਜੇ ਨੀਵਾਂ ਹੋ ਕੇ ਬੰਦਾ ਰਵੇ, ਹੈ ਨਾ, ਦੂਜੇ ਨੂੰ ਵੀ ਆਜ਼ਾਦੀ ਦੇਵੇ ਤੇ ਘਰ ਦੇ ਅੰਦਰ ਇਹ ਝਗੜੇ ਹੀ ਨਾ ਰਹਿਣ। ਫਿਰ ਕਿਤੇ ਝਗੜੇ ਨਾ ਰਹਿਣ, ਘਰ ਦੇ ਕੀ ਕਿਤੇ ਵੀ ਝਗੜੇ ਨਾ, ਫਿਰ ਦੁਨੀਆ 'ਚ ਕੋਈ ਝਗੜਾ ਨਾ ਹੋਵੇ ਜੇ ਨੀਵੇਂ ਹੋ ਕੇ ਰਹਿਣ। ਤਾਂ ਇਹ ਤਾਂ ਸਾਰੇ ਜਣੇ ਕਹਿੰਦੇ ਵੀ ਮੈਂ ਸਹੀ ਹੈ, ਇਹ ਫਲਾਣਾ ਗਲਤ ਹੈ, ਦੂਜਾ ਗਲਤ ਹੈ। ਇਹ ਮੈਂ ਨੇ ਤੇ ਮੈਂ ਇਹ ਹੰਕਾਰ ਨੇ ਸਾਰੇ ਝਗੜੇ ਪਾਏ ਹੈ। ਬਿਲਕੁਲ। ਤੇ ਸਾਡੇ ਫਕੀਰਾਂ ਦੀ ਮੱਤ ਕੀ ਹੈ, ਉਹ ਕਹਿੰਦੇ ਆ ਵੀ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟ ਮੇ ਪ੍ਰਾਣ। ਉਹ ਕਹਿੰਦੇ ਦਇਆ ਕਰੋ। ਤੇ ਦਇਆ ਕੌਣ ਕਰੂਗਾ? ਜਿਹੜਾ ਮਾਲਕ ਦੀ ਬੰਦਗੀ ਕਰਦਾ। ਬਾਕੀ ਤਾਂ ਸਭ ਨੂੰ ਹੰਕਾਰ ਨੇ ਖਾ ਲਿਆ। ਬਿਲਕੁਲ। ਔਰ ਅੱਜ ਕੱਲ ਤੇ ਜੇ ਕਿਸੇ ਨੂੰ ਕਹਿਣ ਵੀ ਜਾਈਏ ਕਿ ਨਹੀਂ ਇਹ ਗਲਤ ਆ, ਤੁਸੀਂ ਇਦਾਂ ਗਲਤ ਕੀਤਾ, ਤਾਂ ਉਹ ਵੀ ਉਲਟਾ ਅਗਲੇ ਬੰਦੇ ਨੂੰ ਇਦਾਂ ਪਏਗਾ ਕਿ ਠੀਕ ਆ, ਨਹੀਂ ਜੀ ਮੈਂ ਸਹੀ ਆ, ਤਾਂ ਤੁਹਾਡਾ ਇੰਨਾ ਕਹਿਣ ਦਾ ਹੱਕ ਵੀ ਕਿੱਦਾਂ ਬਣਿਆ ਕਿ ਤੁਸੀਂ ਮੈਨੂੰ ਇਹ ਚੀਜ਼ ਗਲਤ ਕਹੀ ਆ। ਇਹ ਹੈ ਕਿ ਜੀ ਮਾਲਕ ਦੀ ਕਿਰਪਾ ਬਿਨਾ, ਉਹਦੇ ਹੁਕਮ ਬਿਨਾ, ਹੈ ਨਾ, ਕੁਝ ਵੀ ਨਹੀਂ ਹੋ ਰਿਹਾ। ਬੰਦਾ ਆਪ ਦੇ ਆਪ ਨੂੰ ਇਹ ਕੋਸ਼ਿਸ਼ ਕਰਦਾ ਹੈ ਇਹ ਚੀਜ਼ ਦਰਸਾਉਣ ਦੀ ਵੀ ਮੈਂ
ਕਰ ਰਿਹਾ, ਮੈਂ ਕੁਝ ਕੀਤਾ। ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਜੇ ਉਹਦੇ ਅੰਦਰੋਂ ਆਪਣੇ ਹੁਣੇ ਚਲਦੇ ਚਲਦੇ ਹਾਰਟ ਬੰਦ ਹੋ ਜਾਏ, ਚਲਦੇ ਚਲਦੇ ਕੋਈ ਵੀ ਇੱਕ ਸਰੀਰ ਦੀ ਇੱਕ ਬੰਦਾ ਕਰ ਹੀ ਨਹੀਂ ਸਕਦਾ। ਬਿਲਕੁਲ ਸਹੀ। ਉਹ ਕਰੰਟ ਅੰਦਰ ਆ ਰਿਹਾ ਹੈ, ਤਾਂ ਹੀ ਤਾਂ ਅੱਖਾਂ ਦੇਖ ਰਹੀਆਂ ਹੈ, ਬਿਲਕੁਲ, ਤਾਂ ਹੀ ਤਾਂ ਕੰਨ ਸੁਣ ਰਹੇ ਹੈ, ਜ਼ੁਬਾਨ ਬੋਲ ਰਹੀ ਹੈ, ਆਪਾਂ ਇੰਟਰਵਿਊ ਕਰ ਰਹੇ ਹਾਂ, ਹੱਥ ਪੈਰ ਕੰਮ ਕਰ ਰਹੇ ਹੈ। ਬਿਲਕੁਲ। ਤੇ ਜੋ ਕਰੰਟ ਨਿਕਲ ਗਿਆ ਫਿਰ ਲੰਮਾ ਪੈ ਜਾਊਗਾ। ਇਹ ਤਨ ਜੋ ਨੱਚਦਾ ਟੱਪਦਾ ਇੱਕ ਦਿਨ ਲੰਮਾ ਪੈ ਜਾਊਗਾ। ਬਿਲਕੁਲ ਸਹੀ। ਤੇ ਉਹਦੇ ਸ਼ੁਕਰਾਨਾ ਕਰਨ ਵਾਸਤੇ ਬੰਦੇ ਕੋਲ ਟਾਈਮ ਹੈ ਨਹੀਂ ਜੀ। ਆਪਾਂ ਆਪਣੇ ਸੁਣਦੇ ਆ ਨਾ ਵੀ ਦਸਵੰਧ ਕੱਢੋ, ਉਹ ਦਸਵੰਧ ਪੈਸੇ ਦੇ ਨਾਲ ਨਾਲ ਟਾਈਮ ਦਾ ਵੀ ਕੱਢਣਾ ਹੈ। ਡੇਲੀ 24 ਘੰਟੇ ਹੁੰਦੇ ਆ, 2-2.5 ਘੰਟੇ ਮਾਲਕ ਦੀ ਬੰਦਗੀ ਵਾਸਤੇ, ਉਹ ਪਰਮਾਤਮਾ ਦੇ ਉਸਤਤ ਵਾਸਤੇ, ਉਹਦੇ ਵਾਸਤੇ ਵੀ ਆਪਾਂ ਕੱਢਣਾ ਹੈ। ਬਿਲਕੁਲ ਜੀ। ਇਹ ਗੱਲਾਂ ਬਾਤਾਂ ਕਰ ਰਹੇ ਸੀਗੇ ਨਾ ਕਿ ਵਾਕਈ ਇਨਸਾਨ ਦੇ ਅੰਦਰ ਜਿਹੜੀ ਅੱਜ ਕੱਲ੍ਹ ਮੈਂ ਬਹੁਤ ਆ ਗਿਆ। ਜਿੱਦਾਂ ਦੇ ਤੁਸੀਂ ਗੀਤ ਗਾ ਰਹੇ ਹੋ ਨਾ, ਅਸੀਂ ਸੁਣ ਰਹੇ ਹਾਂ, ਤੁਸੀਂ ਗੀਤ ਲਿਖਦੇ ਵੀ ਹੋ ਹੈ ਨਾ। ਸੋ ਫਿਰ ਜਦੋਂ ਕੋਈ ਵੀ ਗੀਤ ਜਾਂ ਕੋਈ ਵੀ ਇੱਦਾਂ ਦਾ ਵਾਕਿਆ ਲਿਖਣਾ ਹੁੰਦਾ ਹੈ ਨਾ, ਪਹਿਲੀ ਚੀਜ਼ ਦਿਮਾਗ ਦੇ ਵਿੱਚ ਕੀ ਆਉਂਦੀ ਹੈ ਕਿ ਮੈਂ ਇੱਦਾਂ ਦਾ ਗੀਤ ਲਿਖਣਾ ਆ? ਨਹੀਂ, ਉਹ ਗੀਤ ਸੋਚ ਕੇ ਨਹੀਂ ਲਿਖਿਆ ਜਾਂਦਾ, ਮੇਰੇ ਤੋਂ ਨਹੀਂ ਸੋਚ ਕੇ ਲਿਖਿਆ ਜਾਂਦਾ ਜੀ। ਉਹ ਜਿਸ ਸਮਾਜ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਸਾਡਾ ਆਲਾ ਦੁਆਲਾ ਜੋ ਅਸੀਂ ਆਪਣੇ ਤੇ ਹੰਢਾ ਰਹੇ ਹਾਂ, ਉਹ ਕੁਝ ਵਾਕਿਆ ਇਦਾਂ ਦੇ ਦੇਖ ਲੈਂਦੇ ਆ ਜੋ ਇੱਕ ਗੀਤ ਦਾ ਰੂਪ ਲੈ ਲੈਂਦੇ ਆ। ਜੀ ਜੀ। ਤੇ ਜਿੱਦਾਂ ਤੁਸੀਂ ਸਾਰੇ ਗੀਤ ਆ ਜਿਹੜੇ ਉਹ ਆਪਦੇ ਲਿਖੇ ਹੀ ਗਾਉਂਦੇ ਹੋ ਜਾਂ ਕਿਸੇ ਦੇ ਲਿਖੇ ਵੀ ਕਦੇ ਹੋਰ ਗਾਏ ਆ? ਨਹੀਂ, ਕੋਈ ਐਵੇਂ ਨਹੀਂ ਹੈਗਾ ਵੀ ਅਸੀਂ ਕਿਸੇ ਦਾ ਗਾਉਣਾ ਹੀ ਨਹੀਂ। ਕੋਈ ਚੰਗੀ ਚੀਜ਼ ਮਿਲਦੀ ਹੈ ਤਾਂ ਗਾਵਾਂਗੇ, ਜ਼ਰੂਰ ਗਾਵਾਂਗੇ। ਬਿਲਕੁਲ ਜੀ, ਜ਼ਰੂਰ। ਸੋ ਹੋਰ ਕਿਹੜੇ ਜਿਹੜੇ ਤੁਹਾਡੇ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ? ਨਹੀਂ, ਸਭ ਤੋਂ ਪਹਿਲਾਂ ਤਾਂ ਹੁਣ 10 ਗੁਰੂ ਸਾਹਿਬਾਨ ਦੇ ਉੱਪਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਪੂਰਾ ਇੱਕ ਪੂਰੀ ਐਲਬਮ ਕੀਤੀ ਹੈ। 10 ਅਵਤਾਰ ਕੈਸਟ ਦਾ ਨਾਮ ਹੈਗਾ, ਜਿਹਦੇ ਵਿੱਚ 11 ਸ਼ਬਦ ਹੈਗੇ ਹੈ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜੀ। ਤੇ ਇਹਦੇ ਉੱਪਰ ਇਹ ਹੁਣ ਨਵੀਂ ਰੀਸੈਂਟਲੀ ਰਿਲੀਜ਼ ਕੀਤੀ ਹੈ ਜੀ ਜੀ। ਤੇ ਉਹਦੇ ਵਿੱਚ ਵੀ ਕਿਸੇ ਸ਼ਬਦ ਦੇ 2 ਬੋਲ ਹੋ ਜਾਣ ਜੀ। ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ, ਉਹਨਾਂ ਉੱਪਰ ਸ਼ਬਦ ਕੋਟ ਕੋਟ ਪ੍ਰਣਾਮ ਪਾਤਸ਼ਾਹ, ਧੰਨ ਗੁਰੂ ਬੇਤਾਜ ਬਾਦਸ਼ਾਹ, ਹਰ ਦਿਲ ਉੱਤੇ ਰਾਜ ਤੁਹਾਡਾ, ਸ਼ਹੀਦਾਂ ਦੇ ਸਰਤਾਜ ਪਾਤਸ਼ਾਹ, ਕੋਟ ਕੋਟ ਪ੍ਰਣਾਮ ਪਾਤਸ਼ਾਹ, ਧੰਨ ਗੁਰੂ ਬੇਤਾਜ ਬਾਦਸ਼ਾਹ ਜੀ। ਤੇ ਜਿੱਦਾਂ ਦੀ ਤੁਹਾਡੀ ਗਾਇਕੀ ਹੈ ਨਾ, ਤੁਹਾਡਾ ਪਹਿਰਾਵਾ ਵੀ ਬੜਾ ਉੱਦਾਂ ਹੀ ਸਿੰਪਲ ਆ। ਇਹ ਕਿਸੇ ਤੋਂ ਇਨਸਪਾਇਰ ਹੋਏ ਹੋ ਜਾਂ ਸੋਚਿਆ ਸੀਗਾ ਕਿ ਅਸੀਂ ਇਦਾਂ ਦੇ ਹੀ ਜੇ ਕਿਤੇ ਆਡੀਅנס ਦੇ ਸਾਹਮਣੇ ਆਉਂਦੇ ਤੇ ਇਦਾਂ ਦੇ ਅਸੀਂ ਬਣ ਕੇ ਆਣੇ ਆ? ਨਹੀਂ ਭੈਣ, ਇਹ ਤਾਂ ਦੇਖੋ ਸਿੰਪਲ ਹੈ, ਕੁਝ ਇਹਦੇ ਚ ਕੁਝ ਪਹਿਰਾਵੇ ਵਾਲੀ ਕੋਈ ਗੱਲ ਨਹੀਂ, ਸਿੱਧਾ ਸਾਦਾ ਹੈ। ਜਿਵੇਂ ਅੱਜ ਤੋਂ 70-80 ਸਾਲ ਪਹਿਲਾਂ ਸਾਡੇ ਬਜ਼ੁਰਗ, ਸਾਡੇ ਮਤਲਬ ਸਮਾਜ ਦੇ ਅੰਦਰ ਇਦਾਂ ਹੀ, ਅੱਜ ਕੱਲ ਥੋੜਾ ਜ਼ਿਆਦਾ ਫੈਸ਼ਨ ਆ ਗਿਆ, 30 ਸਾਲ ਲੈ ਲਓ ਹੈ ਨਾ, ਇਦਾਂ ਹੀ ਸਿੰਪਲ ਰਹਿੰਦੇ ਸੀ। ਤੇ ਹੁਣ ਜਿੱਦਾਂ ਤੁਸੀਂ ਇੰਟਰਵਿਊ ਵਾਸਤੇ ਸੱਦਿਆ ਵੀ ਅਸੀਂ ਹੁਣ ਜਿਵੇਂ ਪੱਗ ਬੰਨੀ ਹੈ, ਅਸੀਂ ਸ਼ੀਸ਼ੇ ਅੱਗੇ ਖੜ ਕੇ ਨਹੀਂ ਬੰਨੀ, ਹੈ ਨਾ, ਵੀ ਖੜ ਕੇ ਬਸ ਉਹ ਜਿਵੇਂ ਮਾਲਕ ਨੇ ਬੰਧਾਤੀ, ਅਸੀਂ ਅੱਧਾ ਮਿੰਟ 'ਚ 1 ਮਿੰਟ 'ਚ ਤਿਆਰ ਹੋ ਕੇ ਅਸੀਂ ਆ ਜਾਂਦੇ ਹਾਂ ਤੇ ਸਾਦਾ ਹੀ ਰਹਿੰਦੇ ਹਾਂ। ਪਿੱਛੇ ਸ਼ਮਸ਼ੇਰ ਜੀ ਨੇ 4 ਲਾਈਨਾਂ ਲਿਖੀਆਂ ਸੀ ਕਿ ਆਪਣਾ ਮੂੰਹ ਹੀ ਵੇਖੀ ਜਾਣਾ ਸ਼ੀਸ਼ੇ ਅੱਗੇ ਖੜ ਕੇ, ਨਵੇਂ ਨਵੇਂ ਤੂੰ ਕਰੇ ਫੇਸ਼ੀਅਲ ਇੰਟਰਨੈਟ ਤੋਂ ਪੜ੍ਹ ਕੇ, ਓਏ ਪਾਗਲਾਂ ਵਾਲੇ ਲੱਛਣ ਸਾਰੇ ਸਜਣਾ ਕਰ ਤੂੰ ਜੋ ਰਿਹਾ ਏ, ਜਿਹਦੀ ਨਜ਼ਰ 'ਚ ਸੋਹਣਾ ਬਣਨਾ ਸੀ ਉਹਦੀ ਨਜ਼ਰ 'ਚ ਮੈਲਾ ਹੋ ਰਿਹਾ ਹੈ। ਜਿਹਦੀ ਨਜ਼ਰ 'ਚ ਆਪਾਂ ਸੋਹਣਾ ਬਣਨਾ ਸੀ ਨਾ, ਉਹਦੀ ਨਜ਼ਰ 'ਚ ਆਪਾਂ ਮੈਲੇ ਹੋਏ ਪਏ ਆ। ਤੇ ਦੁਨੀਆ ਦੀ ਨਜ਼ਰ ਦਾ ਅੱਗੇ ਜਾ ਕੇ ਕਿਸੇ ਨੇ ਨਹੀਂ ਪੁੱਛਣਾ ਵੀ ਦੁਨੀਆ ਦੀ ਨਜ਼ਰਾਂ ਦੇ ਵਿੱਚ ਤੂੰ ਕਿੱਦਾਂ ਸੀਗਾ। ਆਪਾਂ ਇਹਦੇ ਜਿੰਨੇ ਮਰਜ਼ੀ ਵਧੀਆ ਬਣਦੇ ਰਹੀਏ, ਜਿੰਨੇ ਮਰਜ਼ੀ ਆਪਾਂ ਮੇਕਅਪ ਕਰਕੇ ਜਾਂ ਦੂਜੀ ਚੀਜ਼ਾਂ ਸਮਾਜ ਦੇ ਸਾਹਮਣੇ ਚਮਕਦੇ ਰਹੀਏ, ਪਰ ਅੰਦਰੋਂ ਜਿਹੜੀ ਅਵਸਥਾ ਆਣੀ ਹੈ, ਜਿਹੜੀ ਸੱਚਾਈ ਆਣੀ ਹੈ, ਖੁਸ਼ੀ ਆਣੀ ਹੈ, ਅੰਦਰਲੀ ਜਿਹੜੀ ਸੁੰਦਰਤਾ ਆਣੀ ਹੈ, ਉਹ ਮਾਲਕ ਦੀ ਬੰਦਗੀ ਕਰਕੇ ਹੀ ਆਉਣੀ ਹੈ। ਬਿਲਕੁਲ, ਉਹੀ ਕਹਿੰਦੇ ਹੁੰਦੇ ਆ ਨਾ ਕਿ ਉੱਪਰੋਂ ਅਸੀਂ ਚਾਹੇ ਜਿੱਦਾਂ ਦੇ ਮਰਜ਼ੀ ਬਣ ਜਾਈਏ, ਜਿੰਨੀ ਦੇਰ ਅਸੀਂ ਦਿਲ ਤੋਂ ਸੋਹਣੇ ਨਹੀਂ ਉਨੀ ਦੇਰ ਕੋਈ ਫਾਇਦਾ ਨਹੀਂ। ਜੋ ਸਾਨੂੰ ਸਾਰਾ ਕੁਝ ਦੇ ਰਿਹਾ, ਜਿਹਨੇ ਸਾਨੂੰ ਇਨਸਾਨ ਬਣਾਇਆ, ਕੁੱਤੇ ਵੇਲੇ ਵੀ ਬਣਾ ਸਕਦਾ ਸੀ ਜੀ ਜੀ, ਜਿਹਨੇ ਸਾਡੇ ਤੇ ਐਡੀ ਅਪਾਰ ਕਿਰਪਾ ਕਰੀ, ਸਾਨੂੰ ਇਨਸਾਨ ਬਣਾਇਆ, ਸਾਨੂੰ ਜ਼ਿੰਦਗੀ ਬਖਸ਼ ਰਿਹਾ, ਸਾਨੂੰ ਸਵਾਸ ਬਖਸ਼ ਰਿਹਾ, ਸਾਨੂੰ ਇੰਨੇ ਅੱਛੇ ਘਰ ਪਰਿਵਾਰ ਬਖਸ਼ੇ, ਰਿਸ਼ਤੇਦਾਰ ਬਖਸ਼ੇ, ਮਾਪੇ ਬਖਸ਼ੇ, ਭੈਣ ਭਰਾ ਬਖਸ਼ੇ, ਉਹਨੂੰ ਤਾਂ ਅਸੀਂ ਸੋਹਣਾ ਬਣ ਕੇ ਨਹੀਂ ਦਿਖਾ ਰਹੇ। ਉਹਦੀ ਨਜ਼ਰ ਦੇ ਵਿੱਚ ਤਾਂ ਅਸੀਂ ਪਲ ਪਲ ਮੈਲੇ ਹੋ ਰਹੇ ਹਾਂ, ਉਹਦੇ ਪੇਪਰ ਚੋਂ ਤਾਂ ਅਸੀਂ ਪਲ ਪਲ ਫੇਲ ਹੋ ਰਹੇ ਹਾਂ। ਤੇ ਜਿਹੜੀ ਦੁਨੀਆ ਸਾਡੀ ਨਿੰਦਿਆ ਕਰਦੀ ਹੈ, ਸਾਨੂੰ ਬੁਰਾ ਭਲਾ ਕਹਿੰਦੀ ਹੈ, ਸਾਨੂੰ ਲੁੱਟ ਲੁੱਟ ਕੇ ਖਾ ਰਹੀ ਹੈ,
ਉਹਨੂੰ ਅਸੀਂ ਸੋਹਣਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਕਿੱਡੀ ਮੂਰਖਤਾ ਹੈ, ਅਸੀਂ ਕਿਹਨੂੰ ਸੋਹਣਾ ਜੋ ਕਰਨਾ ਸੀ ਉਹ ਨਹੀਂ ਕਰ ਰਹੇ, ਜੋ ਨਹੀਂ ਕਰਨਾ ਉਹ ਕਰ ਰਹੇ ਹਾਂ। ਬਿਲਕੁਲ, ਅਸੀਂ ਇਹ ਦੁਨੀਆ ਦੇ ਸਾਹਮਣੇ ਸੋਹਣਾ ਬਣਨ ਦੀ ਕੋਸ਼ਿਸ਼ ਕਰਦੇ ਆ। ਦੁਨੀਆ ਦਾ ਕੀ ਆ, ਅੱਜ ਕੱਲ ਕਹਿੰਦੇ ਹੁੰਦੇ ਆ ਅੱਜ ਤੁਹਾਡੇ ਮੂੰਹ ਤੇ ਆ, ਕੱਲ ਕਿਸੇ ਹੋਰ ਦੇ ਮੂੰਹ ਤੇ ਆ, ਪਿੱਠ ਪਿੱਛੇ ਤੁਹਾਡੀ ਬੁਰਾਈ ਕਰੂਗੀ, ਮੂੰਹ ਤੇ ਤੁਹਾਡੀ ਤਾਰੀਫ ਕਰੇਗੀ। ਇਹ ਦੁਨੀਆ ਦਾ ਦਸਤੂਰ ਹੈ, ਦੁਨੀਆ ਬੁਰੀ ਨਹੀਂ, ਇਹ ਦੁਨੀਆ ਦਾ ਕਾਨੂੰਨ ਹੈ ਜੀ। ਦੁਨੀਆ ਐਦਾਂ ਹੀ ਰਹੀ ਹੈ, ਐਦਾਂ ਹੀ ਹੈ, ਐਦਾਂ ਹੀ ਰਹੂਗੀ। ਬਿਲਕੁਲ। ਇਹ ਜਿਹੜੀ ਬੁੱਧੀ ਹੈ ਨਾ ਜੀ, ਇਹਦੇ ਉੱਤੇ ਬੜੀ ਮੋਟੀ ਪਰ ਚੜੀ ਹੋਈ ਹੈ। ਬੰਦਾ ਮਕਾਨ ਲੈਂਦਾ ਹੈ ਨਾ, ਉਹ ਲੈਂਦਾ ਕਿ ਆਪ ਦੀ ਹੈਸੀਅਤ ਤੋਂ ਵੱਡਾ ਮਕਾਨ ਲੈਂਦਾ ਹੈ ਵੀ ਮੇਰੇ ਪਰਿਵਾਰ ਵਾਲੇ ਰਿਸ਼ਤੇਦਾਰਾਂ ਨੂੰ ਮੇਰੀ ਇੱਜ਼ਤ ਬਣਨੀ ਚਾਹੀਦੀ ਵੀ ਫਲਾਣੇ ਕੋਲੇ ਇੰਨਾ ਵੱਡਾ ਮਕਾਨ ਹੈ। ਉਹਦੇ ਵਾਸਤੇ 20 ਸਾਲਾਂ ਦੀ ਕਿਸ਼ਤਾਂ ਕਰਵਾ ਲੈਂਦਾ ਹੈ। 20 ਸਾਲ ਹੋ ਜਾਂਦੇ ਕਿਸ਼ਤਾਂ ਭਰ ਕੇ, ਜਦੋਂ ਮਕਾਨ ਆਪ ਦਾ ਬਣ ਜਾਂਦਾ ਨਾ, ਉਦੋਂ ਬੰਦੇ ਦੀ ਏਜ 55 60 65 ਤੱਕ ਚਲੀ ਜਾਂਦੀ ਹੈ। ਉਹ ਮਕਾਨ ਛੱਡਣ ਦਾ ਟਾਈਮ ਆ ਜਾਂਦਾ ਹੈ। ਉਹ ਮਕਾਨ ਵਾਸਤੇ ਸਾਰੀ ਜ਼ਿੰਦਗੀ ਮਿਹਨਤਾਂ ਕਰਦਾ ਹੈ, ਉਹਨੂੰ ਜੋੜਦਾ ਹੈ ਤੇ ਲਾਸਟ ਜਾ ਕੇ 60 70 ਸਾਲ ਬਾਅਦ ਉਹਨੂੰ ਛੱਡ ਜਾਂਦਾ, ਉਹਨੂੰ ਫਿਰ ਕੋਈ ਹੋਰ ਹੀ ਵਰਤਦੇ ਆ। ਭਾਵੇਂ ਤੁਸੀਂ ਰੈਂਟ ਦੇ ਮਕਾਨ 'ਚ ਰਹਿ ਲਓ, ਭਾਵੇਂ ਤੁਸੀਂ ਛੋਟੇ ਮਕਾਨ 'ਚ ਰਹਿ ਲਓ, ਪਰ ਮਾਲਿਕ ਦੀ ਬੰਦਗੀ ਵਾਸਤੇ, ਉਹ ਸੱਚੇ ਯਾਰ ਵਾਸਤੇ, ਉਹਦੇ ਵਾਸਤੇ ਟਾਈਮ ਕੱਢੋ। ਫਿਰ ਲਾਈਫ 'ਚ ਤੁਹਾਨੂੰ ਕਦੇ ਵੀ ਕਿਤੇ ਵੀ ਦਿੱਕਤ ਨਹੀਂ ਆਊਗੀ। ਇਹ ਦੁਨੀਆ ਵੀ ਤੁਹਾਨੂੰ ਚੰਗੀ ਲੱਗੂਗੀ ਤੇ ਇੱਥੇ ਆਉਣ ਦਾ ਤੇ ਅੱਗੇ ਮਾਲਕ ਦੀ ਦਰਗਾਹ 'ਚ ਵੀ ਤੁਹਾਡੀ ਕਦਰ ਹੋਊਗੀ। ਜਿਹੜਾ ਧਨ ਆਪਾਂ ਇੱਥੇ ਇਕੱਠੇ ਕਰੀ ਜਾ ਰਹੇ ਆ ਨਾ, ਇਹ ਉੱਥੇ ਕਰੰਸੀ ਨਹੀਂ ਚੱਲਦੀ, ਉੱਥੇ ਕੋਈ ਹੋਰ ਕਰੰਸੀ ਚੱਲਦੀ ਹੈ ਤੇ ਆਪਾਂ ਉਹ ਕਰੰਸੀ ਵੀ ਇਕੱਠੀ ਕਰਨੀ ਹੈ। ਬਾਹਰ ਅਸੀਂ ਪੱਕੇ ਵੱਡੇ ਹਵੇਲੀਆਂ ਬਣਾ ਰਹੇ, ਪੱਕੇ ਮਕਾਨ ਬਣਾ ਰਹੇ, ਪਰ ਇਹ ਮਕਾਨ ਤਾਂ ਕੱਚਾ ਹੈ। ਬਿਲਕੁਲ। ਇਸ ਮਕਾਨ ਲਈ ਬਣਾ ਰਹੇ ਹਾਂ ਵੀ ਇਹ ਰਹੂਗਾ ਉੱਥੇ, ਪਰ ਇਹ ਮਕਾਨ ਤਾਂ ਆਪ ਹੀ ਕੱਚਾ ਹੈ। ਬਿਲਕੁਲ। ਇਹ ਪਤਾ ਨਹੀਂ ਇਹ ਸਰੀਰ ਕਦ ਮਿੱਟੀ ਹੋ ਜਾਣਾ ਹੈ, ਪਤਾ ਨਹੀਂ ਕਦੋਂ ਛੱਡ ਕੇ ਜਾਣਾ ਪੈ ਜੇ। ਮੈਂ ਬਹੁਤ ਇਹੋ ਜਿਹੇ ਆਪਦੀ ਉਮਰ ਦੇ ਵਿੱਚ ਵਾਕਿਆ ਦੇਖਿਆ, ਬੰਦਾ ਬੜੇ ਵੱਡੇ ਕੋਠੀਆਂ ਬਣਾਉਂਦਾ ਹੈ ਤੇ ਪਰ ਰਹਿਣ ਦਾ ਹੁਕਮ ਹੀ ਨਹੀਂ ਹੁੰਦਾ। ਬਿਲਕੁਲ। ਜਾਣਾ ਪੈ ਜਾਂਦਾ ਦੁਨੀਆ ਛੱਡ ਕੇ। ਬਿਲਕੁਲ। ਛੱਡ ਜਾਣਾ ਹੈ ਸੰਸਾਰ, ਪਤਾ ਨਹੀਂ ਕਿਸ ਵੇਲੇ ਟੁੱਟ ਜਾਣੀ ਟੁਨਕ ਦੀ ਤਾਰ। ਸਾਡਾ ਗੀਤ ਸੀ। ਬਿਲਕੁਲ ਜੀ, ਮੈਂ ਉਹੀ ਕਹਿਣ ਲੱਗੀ ਸੀਗੀ, ਪਲੀਜ਼ ਤੁਸੀਂ ਉਹਦੀਆਂ 2 ਲਾਈਨਾਂ ਜ਼ਰੂਰ ਸੁਣਾਓ। ਹਨਾ, ਜਿੱਦਾਂ ਤੁਹਾਡੀ ਗਾਇਕੀ, ਤੁਹਾਡੇ ਗੀਤ ਸੁਣ ਰਿਹਾ ਔਰ ਵਾਕਈ ਇਹ ਇੱਕ ਸੱਚ ਆ। ਅਸੀਂ ਇਹਨੂੰ ਗੀਤ ਵੀ ਕਹੀਏ ਤਾਂ ਮੈਨੂੰ ਲੱਗਦਾ ਨਹੀਂ, ਇਹ ਵਾਕਈ ਇੱਕ ਸੱਚਾਈ ਆ। ਪਰ ਭੈਣ, ਸੱਚ ਨੂੰ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ ਨਾ। ਹਰ ਬੰਦਾ, ਇਹ ਦੁਨੀਆ ਝੂਠੀ ਹੈ ਨਾ, ਇਹ ਤਾਂ ਝੂਠ ਵਿਕਦਾ ਹੈ ਜੀ। ਝੂਠਿਆਂ ਦੀ ਸਰਦਾਰੀ ਇੱਥੇ, ਸੱਚ ਨੂੰ ਫਾਂਸੀ ਲਾਉਂਦੇ ਇੱਥੇ ਝੂਠਿਆਂ ਦੀ ਸਰਦਾਰੀ, ਬਹੁਤ ਕਰੀਬੀ ਹੁੰਦੇ ਜਿਹੜੇ ਕਰਦੇ ਯਾਰ ਗਦਾਰੀ, ਕਿ ਬਾਬਾ ਨਾਨਕ ਤੇਰੀ ਦੁਨੀਆ ਇਦਾਂ ਦੀ ਕਿਉਂ ਹੋ ਰਹੀ ਹੈ। ਬਿਲਕੁਲ। ਇਹ ਵੀ ਜਾਣਾਂਗੇ ਕਿ ਕਿੱਦਾਂ ਹਨਾ ਇਹ ਦੁਨੀਆਦਾਰੀ ਔਰ ਕਿੱਦਾਂ ਇਸ ਦੇ ਵਿੱਚੋਂ ਅਸੀਂ ਬਾਹਰ ਨਿਕਲ ਸਕਦੇ ਹਾਂ। ਵੈਸੇ ਜਿੱਦਾਂ ਤੁਹਾਡੇ ਗੀਤ ਸੁਣ ਰਹੇ, ਇੱਕ ਵੱਖਰਾ ਹੀ ਹੈ ਨਾ ਸਕੂਨ ਮਿਲ ਰਿਹਾ ਔਰ ਵਾਕਈ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ। ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਕਿ ਹੈ ਨਾ ਵਾਕਈ ਕਿੱਦਾਂ ਇਹ ਦੁਨੀਆਦਾਰੀ ਹੈ ਤੇ ਕਿੱਦਾਂ ਹੀ ਇਹ ਇਸ ਦੁਨੀਆ ਦੇ ਵਿੱਚ ਹੈ ਨਾ ਜਿਹੜੇ ਲੋਕ ਆ ਸਾਨੂੰ ਮਿਲਦੇ ਆ ਜਾਂ ਨਿਕਲਦੇ ਆ। ਅਸੀਂ ਹਰ ਟਾਈਮ ਇਹ ਕਹਿ ਸਕਦੇ ਅਸੀਂ ਅੱਜ ਇਹ ਕਰਨਾ, ਅੱਜ ਅਸੀਂ ਉੱਥੇ ਘੁੰਮਣ ਜਾਣਾ, ਪਤਾ ਨਹੀਂ ਮਾਲਕ ਦਾ ਕਦ ਹੁਕਮ ਹੋ ਜਾਣਾ ਹੈ ਔਰ ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਨਾ। ਤੇ ਜਿੱਦਾਂ ਕਿ ਤੁਸੀਂ ਆਪਣੀ ਫੈਮਿਲੀਜ਼ ਦੀ ਗੱਲ ਕੀਤੀ ਕਿ ਇੱਕ ਫੈਮਿਲੀ ਦੇ ਵਿੱਚ ਸਾਰੇ ਜਾਣੇ ਮੈਂਬਰ ਬੈਠੇ ਹੁੰਦੇ ਆ ਬਟ ਸਾਰੇ ਆਪਦੇ ਫੋਨ ਦੇ ਵਿੱਚ ਹੁੰਦੇ ਆ। ਤੁਹਾਡੀ ਫੈਮਿਲੀ ਦੇ ਵਿੱਚ ਕੌਣ ਔਰ ਇਸ ਲਾਈਨ ਦੇ ਵਿੱਚ ਤੁਹਾਨੂੰ ਕਿੰਨੀ ਕੁ ਸਪੋਰਟ ਰਹੀ ਆ ਤੁਹਾਡੀ ਫੈਮਿਲੀ ਦੀ? ਨਹੀਂ, ਫੈਮਿਲੀ ਤਾਂ ਦੇਖੋ ਜੀ, ਇਹ ਲਾਈਨ ਇਦਾਂ ਦੀ ਹੈ ਸਾਰਿਆਂ ਦੀ, ਮਤਲਬ 80-90% ਜੇ ਤੁਸੀਂ ਆਰਟਿਸਟ ਦੀ ਗੱਲ ਕਰੋਗੇ ਕਿਸੇ ਵੀ ਲਾਈਨ ਦਾ, ਚਾਹੇ ਉਹ ਕੋਈ ਮੂਵੀ ਲਾਈਨ ਦਾ ਹੈ, ਚਾਹੇ ਕੋਈ ਗਾਇਕੀ ਲਾਈਨ ਦਾ, ਸਟਾਰਟਿੰਗ ਦੇ ਵਿੱਚ ਤਾਂ ਸਾਰੇ ਮਤਲਬ ਥੋੜਾ ਉਹ ਕਰਦੇ ਹੀ ਹੈ ਨਾ, ਟੀਚਰਾਂ ਕਰਦੇ ਆ, ਜਦੋਂ ਤੱਕ ਤੁਸੀਂ ਸਾਡੇ ਨਾਲ ਵੀ ਹੁੰਦਾ ਹੈ, ਪਰ ਹੁਣ ਠੀਕ ਹੈ, ਸਾਰੇ ਹੁਣ ਫੈਮਿਲੀ ਮੰਨਦੀ ਹੈ ਕਿ ਠੀਕ ਹੈ ਜੋ ਕਰ ਰਹੇ ਹੋ ਸਹੀ ਹੈ। ਬਿਲਕੁਲ। ਫੈਮਿਲੀ ਨੂੰ ਪਤਾ ਨਾ ਵੀ ਇਹਨਾਂ ਨੇ ਕੋਈ ਝੂਠ ਤਾਂ ਬੋਲਦੇ ਨਹੀਂ, ਸੱਚ ਹੀ ਬੋਲਦੇ ਆ। ਬਿਲਕੁਲ। ਸੱਚ ਘਰੇ ਬੈਠੇ ਵੀ ਸੱਚ, ਬੰਦਾ ਕਿਸਾਨ ਹੈ, ਖੇਤੀ ਕਰੀ ਜਾਂਦਾ, ਸੱਚ ਬੋਲੀ ਜਾਂਦਾ ਹੈ। ਬਿਲਕੁਲ। ਅਸੀਂ ਮਾਈਕ ਅੱਗੇ ਆ ਕੇ ਸੱਚ ਬੋਲੀ ਜਾਂਦੇ ਹਾਂ ਬਸ। ਬਿਲਕੁਲ। ਔਰ ਇਹ ਸੱਚ ਦੀ ਆਵਾਜ਼ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਔਰ ਇਹ ਘਰ ਘਰ ਦੇ ਵਿੱਚ ਪਹੁੰਚਣੀ ਵੀ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ। ਬਾਕੀ ਭੈਣ, ਅਸੀਂ ਬੇਨਤੀ ਇਹੀ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ, ਇੱਕ ਤਾਂ ਉਹ 10 ਅਵਤਾਰ ਹਮ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹਨੇ ਇਕੱਠੇ ਇੱਕ 10 ਅਵਤਾਰ ਨਾਮ ਤੇ ਅਸੀਂ ਐਲਬਮ ਕੀਤੀ ਹੈ ਵੀ ਉਹਨਾਂ ਸਾਰੇ ਸ਼ਬਦਾਂ ਦੇ ਵਿੱਚ ਮਤਲਬ ਗੁਰੂ ਸਾਹਿਬ ਦੀ ਪੂਰੀ ਹਿਸਟਰੀ ਹੈ ਨਾ, ਕਿੱਦਾਂ ਉਹਨਾਂ ਨੇ ਜੀਵਨ ਦੇ ਵਿੱਚ ਸਟਰਗਲ ਕੋਸ਼ਿਸ਼ ਕੀਤੀ ਹੈ ਸੰਖੇਪ ਦੇ ਵਿੱਚ ਦੱਸਣ ਦੀ, ਤੇ ਸਾਰਿਆਂ ਨੂੰ ਬੱਚਿਆਂ ਨੂੰ ਵੀ ਸੁਣਾਉਣ ਤੇ ਤਾਂ ਕਿ ਸਾਰੇ ਬੱਚੇ ਆਪਣੇ ਇਤਿਹਾਸ ਬਾਰੇ, ਗੁਰੂਆਂ ਬਾਰੇ ਜਾਣੂ ਹੋ ਸਕਣ। ਕਿਉਂਕਿ ਇਹ ਅਸੀਂ ਇਸ ਕਰਕੇ ਕੀਤਾ ਸੀ, ਕਿਤੇ ਗਏ ਅਸੀਂ ਉੱਥੇ ਸਾਡਾ ਗੁਰਸਿੱਖ ਪਰਿਵਾਰ ਔਰ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਗੁਰੂ ਸਾਹਿਬਾਨ ਦੇ ਨਾਂ ਕੀ ਹੈ। ਅੱਛਾ।
ਬੱਚਿਆਂ ਨੂੰ ਪੁੱਛਿਆ, ਕੋਈ ਗੱਲ ਚੱਲ ਪਈ ਤਾਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਗੁਰੂ ਸਾਹਿਬਾਨ ਦੇ ਨਾਂ ਕੀ ਹੈ ਜੀ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਕਿੰਨੇ ਅੰਗ ਹੈ, ਸਾਡੇ ਪੰਜ ਪਿਆਰੇ ਕੌਣ ਹੋਏ ਹੈ ਜੀ। ਕਿਸੇ ਨੂੰ ਤੁਸੀਂ ਫਿਲਮਾਂ ਦਾ ਸਾਰਾ ਪਤਾ ਹੁੰਦਾ ਵੀ ਐਨੇ ਟਾਈਮ ਤੇ ਆਹ ਸੀਨ ਆਇਆ, ਫਿਰ ਉਹਨੇ ਮੁੱਕੀ ਮਾਰੀ, ਫਿਰ ਉਹਨੇ ਜੱਫੀ ਪਾਲੀ, ਫਿਰ ਉਹਨੇ ਇਹ ਕੀਤਾ, ਬਿਲਕੁਲ। ਤੇ ਜਿਹੜੀ ਚੀਜ਼ ਅਸਲੀ ਹੈ ਉਹਨੂੰ ਸਾਰੇ ਭੁੱਲੇ ਬੈਠੇ ਆ, ਬਿਲਕੁਲ। ਜਿਹੜੇ ਸਾਡੇ ਅਸਲੀ ਹੀਰੋ ਹੈ ਉਹਨਾਂ ਨੂੰ ਤਾਂ ਛੱਡ ਰੱਖਿਆ ਹੈ ਤੇ ਨਕਲੀਆਂ ਨੂੰ ਜੱਫੀਆਂ ਪਾ ਰੱਖੀਆਂ, ਬਿਲਕੁਲ। ਤਾਂ ਇਹ ਸਾਡੀ ਬੇਨਤੀ ਹੈ ਵੀ ਠੀਕ ਹੈ, ਜ਼ਿੰਦਗੀ ਜੀ ਲਓ ਆਪਦੀ, ਪਰ ਸੱਚ ਨੂੰ ਨਾ ਭੁੱਲੋ। ਜਿਹੜਾ ਸਾਡਾ ਅਸਲ ਹੈ ਉਹਦੇ ਨਾਲ ਜੁੜ ਕੇ ਰਹੋ, ਬਿਲਕੁਲ, ਜੜ੍ਹਾਂ ਨਾਲ ਨਾ ਟੁੱਟੋ। ਪਰ ਜ਼ਿੰਦਗੀ 'ਚ ਕੋਈ ਵੀ ਹੈ ਨਾ ਜੀ, ਪਰਿਵਾਰ, ਕੋਈ ਵੀ ਬੰਦਾ ਇੱਥੇ ਦੁਨੀਆ 'ਚ ਆਨੰਦ ਤਾਂ ਹੀ ਲੈ ਸਕਦਾ ਹੈ, ਇਹ ਲਾਈਫ ਚੰਗੀ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਸੱਚ ਨੂੰ ਨਾਲ ਲੈ ਕੇ ਚੱਲੋਗੇ। ਜਿੱਦਾਂ ਬੱਚਾ ਹੁੰਦਾ ਨਾ, ਮੇਲੇ ਜਾਂਦਾ ਹੈ, ਮੈਂ ਪਹਿਲਾਂ ਵੀ ਇੰਟਰਵਿਊ 'ਚ ਇਹ ਗੱਲ ਦੱਸੀ ਹੈ ਵੀ ਚਲੋ ਸਾਰੇ ਇਹ ਅਪਣਾਉਣ, ਤਾਂ ਕਰਕੇ ਬਾਰ-ਬਾਰ ਦੱਸਣੀ ਪੈਂਦੀ ਹੈ। ਬੱਚਾ ਪਿਓ ਦੀ ਉਂਗਲ ਫੜ ਕੇ ਨਾ ਮੇਲੇ ਜਾਂਦਾ ਹੈ, ਉਹ ਬੜਾ ਖੁਸ਼ ਹੁੰਦਾ ਹੈ, ਉੱਥੇ ਉਹਨੂੰ ਝੂਲੇ, ਉੱਥੇ ਖਿਡੌਣੇ, ਉੱਥੇ ਮਿਠਾਈਆਂ, ਹੋਰ ਸਾਰੀ ਚੀਜ਼ਾਂ ਨਾ, ਬੜਾ ਉਹ ਮਸਤੀ ਕਰ ਰਿਹਾ ਹੁੰਦਾ ਹੈ। ਮੇਲੇ 'ਚ ਭੀੜ ਹੁੰਦੀ ਹੈ, ਬਾਈ ਚਾਂਸ ਜੇ ਪਿਓ ਦੀ ਉਂਗਲ ਛੁੱਟ ਜੇ ਤੇ ਉਹ ਬੜੀ ਜ਼ੋਰ-ਜ਼ੋਰ ਰੋਂਦਾ ਹੈ, ਜ਼ੋਰ-ਜ਼ੋਰ ਦੀ, ਬੜਾ ਮਤਲਬ ਪਰੇਸ਼ਾਨ ਹੁੰਦਾ ਹੈ। ਉਹ ਸੁੱਖ ਦੇ ਜਿਹੜੇ ਸਾਧਨ ਸੀ ਜਿਨ੍ਹਾਂ ਨੂੰ ਦੇਖ ਕੇ ਉਹ ਖੁਸ਼ ਹੋ ਰਿਹਾ ਸੀ, ਉੱਥੇ ਹੀ ਹੈ ਹੁਣ ਵੀ, ਪਰ ਹੁਣ ਉਹ ਸਾਰੇ ਉਹਨੂੰ ਬੜੇ ਭੈੜੇ ਲੱਗ ਰਹੇ ਆ, ਉਹਨੂੰ ਮਿਠਾਈ ਵੀ ਚੰਗੀ ਨਹੀਂ ਲੱਗ ਰਹੀ, ਉਹਨੂੰ ਝੁੱਲੇ ਵੀ ਚੰਗੇ ਨਹੀਂ ਲੱਗ ਰਹੇ। ਕਿਉਂ? ਕਿਉਂਕਿ ਪਿਓ ਦੀ ਉਂਗਲ ਉਹਦੇ ਤੋਂ ਛੁੱਟ ਗਈ। ਜੇ ਤੁਸੀਂ ਪਿਓ ਦੀ, ਬਾਬੇ ਨਾਨਕ ਦੀ, ਸਿਮਰਨ ਦੀ, ਆਪ ਦੇ ਅੰਦਰ ਮਾਲਕ ਦੀ ਉਂਗਲ ਜੇ ਫੜ ਕੇ ਰੱਖੋਗੇ, ਡੇਲੀ ਉਹਨੂੰ ਟਾਈਮ ਦਿਓਗੇ, ਮਾਲਕ ਦਾ ਸ਼ੁਕਰਾਨਾ ਕਰਦੇ ਰਹੋਗੇ, ਤੇ ਸਾਰੀ ਦੁਨੀਆ, ਸਾਰਾ ਜੀਵਨ ਤੁਹਾਡਾ ਵਧੀਆ ਰਹੂਗਾ। ਜੇ ਤੁਸੀਂ ਉਂਗਲ ਛੱਡੋਗੇ ਤੇ ਇਹ ਜਿਹੜੇ ਸੁੱਖ ਦੇ ਸਾਧਨ ਹੈ, ਤੁਹਾਡੇ ਕੋਲ ਵੱਡੀ ਕੋਠੀ ਹੋ ਸਕਦੀ ਹੈ, ਤੁਹਾਡੇ ਕੋਲੇ ਵਧੀਆ ਬੱਚੇ ਹੋ ਸਕਦੇ, ਉਹਨਾਂ ਦੀ ਪੜ੍ਹਾਈ ਚੰਗੀ ਹੋ ਸਕਦੀ ਹੈ, ਵੱਡੀਆਂ ਗੱਡੀਆਂ ਹੋ ਸਕਦੀਆਂ, ਪਰ ਤੁਹਾਨੂੰ ਵੱਡੇ ਵੱਡੇ ਉਹ ਗੱਦੇ ਜਿਹੜੇ ਹੈਗੇ ਉਹ ਤੁਹਾਨੂੰ ਆਰਾਮ ਨਹੀਂ ਦੇ ਸਕਦੇ, ਸਕੂਨ ਨਹੀਂ ਦੇ ਸਕਦੇ। ਬਿਲਕੁਲ ਸਹੀ। ਉਹ ਕਹਿੰਦੇ ਹੁੰਦੇ ਆ ਨਾ, ਕੀ ਕਹਿੰਦੇ, ਜਿੰਨਾ ਜ਼ਿਆਦਾ ਕਿਸੇ ਕੋਲ ਪੈਸਾ ਹੁੰਦਾ ਹੈ ਉਨੀ ਹੀ ਜ਼ਿਆਦਾ ਟੈਨਸ਼ਨ ਹੁੰਦੀ ਹੈ। ਬੜੇ ਬੜੇ ਜੋ ਦਿਸ ਹੈ ਲੋਗ ਤਿੰਨ ਵਿਆਪੇ ਚਿੰਤਾ ਰੋਗ, ਸਾਰੇ ਗੋਲੀਆਂ ਖਾ ਕੇ ਸੌਂਦੇ ਆ, ਤੇ ਜਿਹੜੇ ਹੱਕ ਹਲਾਲ ਦੀ ਕਮਾਈ ਕਰਕੇ ਖਾਂਦੇ ਆ ਉਹਨਾਂ ਨੂੰ ਵਧੀਆ ਨੀਂਦ ਆਉਂਦੀ ਹੈ, ਗੋਲੀਆਂ ਖਾਣ ਦੀ ਲੋੜ ਨਹੀਂ ਪੈਂਦੀ, ਤੇ ਉਹ ਬੜੀ ਵਧੀਆ ਜ਼ਿੰਦਗੀ, ਸੰਤੁਸ਼ਟੀ ਵਾਲੀ ਜ਼ਿੰਦਗੀ ਜਿਉਂਦੇ ਆ। ਤੁਸੀਂ ਦੇਖੋ, ਫਕੀਰ ਬਾਬੇ ਨਾਨਕ ਨੇ ਹਲ ਚਲਾਇਆ, ਖੇਤੀ ਕੀਤੀ, ਕਬੀਰ ਸਾਹਿਬ ਜੁਲਾਹੇ ਦਾ ਕੰਮ ਕਰਦੇ ਸੀ, ਰਵਿਦਾਸ ਜੀ ਨੇ ਜੁੱਤੀਆਂ ਬਣਾਈਆਂ, ਉਹ ਹੱਕ ਹਲਾਲ ਦੀ ਕਮਾਈ ਕਰਕੇ ਖਾਦੀ। ਉਹ ਤਾਂ ਸਮਰਥ ਪੁਰਸ਼ ਸੀ, ਉਹ ਨਾ ਕਰਦੇ ਤਾਂ ਵੀ ਉਹਨਾਂ ਨੂੰ ਲੋੜ ਨਹੀਂ ਸੀ, ਪਰ ਆਪਾਂ ਨੂੰ ਸਾਰਿਆਂ ਨੂੰ ਸਿਖਾਉਣ ਵਾਸਤੇ ਵੀ ਨਹੀਂ ਵੀ ਹੱਕ ਹਲਾਲ ਦੀ ਕਮਾਈ ਤੋਂ ਬਿਨਾਂ ਲਾਈਫ ਬੜੀ ਜ਼ਰੂਰੀ ਹੈ। ਹੱਕ ਹਲਾਲ ਦੀ ਕਮਾਈ ਬਿਨਾਂ ਕੋਈ ਸੱਚੇ ਮਾਰਗ ਤੇ ਚੱਲ ਹੀ ਨਹੀਂ ਸਕਦਾ। ਤੇ ਅਸੀਂ ਮਾਲਕ ਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਦੂਜੇ ਦਾ ਹੱਕ ਮਾਰਾਂਗੇ, ਹੋਰ 2 ਨੰਬਰ ਦਾ ਪੈਸਾ ਇਕੱਠਾ ਕਰਾਂਗੇ, ਉੱਥੇ ਗੁਰਦੁਆਰਾ ਸਾਹਿਬ ਜਾਂ ਮੰਦਿਰ ਮਸਜਿਦ ਕਿਤੇ ਜਾ ਕੇ 2 ਕਮਰੇ ਬਣਵਾ ਦਾਂਗੇ। ਆਪ ਦੇ ਆਪ ਨੂੰ, ਮਤਲਬ ਧਰਮ ਦੀ ਵਿਆਖਿਆ, ਕੋਈ ਵੀ ਬੰਦਾ, ਕਿਸੇ ਵੀ ਧਰਮ ਦਾ ਬੰਦਾ ਹੈ ਨਾ, ਉਹ ਧਰਮ ਦੀ ਵਿਆਖਿਆ, ਉਹ ਧਰਮ ਦਾ ਰੂਲ ਆਪ ਦੇ ਹਿਸਾਬ ਨਾਲ ਉਹਨੂੰ ਮੋੜਨ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਬਸ ਸਾਫ਼ ਹੋ ਗਿਆ। ਰਿਸ਼ਵਤ ਦੇ ਪੈਸੇ ਆਣਗੇ ਵੀ ਚਲੋ ਇੰਨੇ ਪੈਸੇ ਆਪਣੇ ਗੁਰੂ ਘਰ ਦੇ ਦਿਓ, ਇੰਨੇ ਪੈਸਿਆਂ ਦੇ ਕੰਬਲ ਵੰਡ ਦਿਓ, ਇੰਨੇ ਪੈਸਿਆਂ ਦਾ ਜਵਾਕਾਂ ਨੂੰ ਖਾਣਾ ਖਿਲਾ ਦਿਓ, ਤੇ ਦੱਸਾਂ ਨੂੰ ਬਾਹਰ ਆ ਕੇ ਆਪਦੇ ਦੋਸਤਾਂ ਨੂੰ ਦੱਸਣਗੇ ਵੀ ਅੱਜ ਤਾਂ ਮੈਂ ਇੰਨੇ ਕੰਬਲ ਵੰਡ ਕੇ ਆਇਆ। ਯਾਰ ਕੰਬਲ ਵੰਡ ਕੇ ਤਾਂ ਆਇਆ, ਜਿਹੜੀ ਤੂੰ ਰਿਸ਼ਵਤ ਲੈ ਰੱਖੀ, ਜਿਹੜਾ ਕਿਸੇ ਦਾ ਹੱਕ ਮਾਰ ਰੱਖਿਆ, ਉਹ ਸੱਚਾਈ ਵੀ ਤਾਂ ਦੱਸ ਨਾ ਵੀ ਮੈਂ ਪਾਪ ਦਾ ਪੈਸਾ ਇਕੱਠਾ ਕੀਤਾ ਹੈ। ਤੇ ਇਹ ਮਾਲਕ ਨੂੰ ਹੀ ਪਾਗਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਨਸਾਨ। ਇਸ ਕਰਕੇ ਪਰੇਸ਼ਾਨੀਆਂ, ਦੁੱਖ, ਕਰੋਨਾ ਆ ਗਿਆ, ਕਦੇ ਕੋਈ ਬਿਮਾਰੀ ਆ ਗਈ, ਕਦੇ ਕੋਈ ਬਿਮਾਰੀ ਆ ਗਈ। ਆਪਾਂ ਕਹਿੰਦੇ ਆ ਨਾ ਵੀ USA ਸਭ ਤੋਂ ਮਤਲਬ ਤਰੱਕੀ ਤੇ ਦੇਸ਼, ਸਭ ਤੋਂ ਅੱਗੇ ਹੈ। ਤੁਸੀਂ ਨੈਟ ਤੇ ਚੈੱਕ ਕਰੋਗੇ ਨਾ, USA ਦੇ ਲੋਕ ਸਭ ਤੋਂ ਜ਼ਿਆਦਾ ਡਿਪਰੈਸ਼ਨ 'ਚ ਰਹਿੰਦੇ ਆ, ਸਭ ਤੋਂ ਜ਼ਿਆਦਾ ਸੁਸਾਈਡ USA ਦੇ ਲੋਕ ਕਰਦੇ ਆ। ਓਕੇ, ਬਿਲਕੁਲ। ਤੇ ਮੈਂ ਚਾਹਾਂਗੀ ਕਿ ਕਿਸੇ ਗੀਤ ਦੀਆਂ 2 ਲਾਈਨਾਂ ਵੀ ਤੁਸੀਂ ਜ਼ਰੂਰ ਸਾਂਝੀਆਂ ਕਰੋ ਜੀ। ਕੰਮ ਵੇਲੇ ਮਿੱਠਾ ਮਿੱਠਾ ਬੋਲਦੇ ਨੇ ਲੋਕੀ, ਤਕੜੇ ਨੂੰ ਝੁਕ ਕੇ ਸਲਾਮ ਆਖਦੇ। ਕੰਮ ਵੇਲੇ ਮਿੱਠਾ ਮਿੱਠਾ ਬੋਲਦੇ ਨੇ ਲੋਕੀ, ਤਕੜੇ ਨੂੰ ਝੁਕ ਕੇ ਸਲਾਮ ਆਖਦੇ। ਸੁੱਖ ਵੇਲੇ ਉੱਚੀ ਨੇ ਫੁਕਾਰੇ ਮਾਰਦੇ, ਜਦੋਂ ਦੁੱਖ ਆਜੇ ਰਾਮ ਰਾਮ ਆਖਦੇ। ਕੰਮ ਵੇਲੇ ਮਿੱਠਾ ਮਿੱਠਾ ਬੋਲਦੇ ਨੇ ਲੋਕੀ, ਤਕੜੇ ਨੂੰ ਝੁਕ ਕੇ ਸਲਾਮ ਆਖਦੇ। ਹੋਰ ਹੁੰਦੀ ਬੋਲੀ ਜਦੋਂ ਮਿਲ ਜੇ ਗਰੀਬ, ਕੋਈ ਅਮੀਰ ਵੇਲੇ ਰੁੱਖ ਹੁੰਦਾ ਵੱਖਰਾ। ਮੂਰਖ ਬਣਾਉਣਾ ਹੋਵੇ ਖਚਰੀ ਜੀ ਹਾਸੀ, ਗਰਜ ਵੇਲੇ ਰਾਹ ਹੁੰਦਾ ਵੱਖਰਾ। ਮੂਰਖ ਬਣਾਉਣਾ ਹੋਵੇ ਖਚਰੀ ਜੀ ਹਾਸੀ, ਗਰਜ ਵੇਲੇ ਰਾਹ ਹੁੰਦਾ ਵੱਖਰਾ। ਰੋਬ ਮਾਰੇ ਉੱਤੇ ਤੇ ਹਲੀਮੀ ਜਰਬਾਣੇ ਨਾਲ, ਕਿਰਪਾ ਹੈ ਤੁਹਾਡੀ ਸ਼ਰੇਆਮ ਆਖਦੇ।
ਕੰਮ ਵੇਲੇ ਮਿੱਠਾ ਮਿੱਠਾ ਬੋਲਦੇ ਨੇ ਲੋਕੀ, ਤਕੜੇ ਨੂੰ ਝੁਕ ਕੇ ਸਲਾਮ ਆਖਦੇ। ਬਿਲਕੁਲ ਜੀ। ਔਰ ਸੱਚ ਇਵਨ ਕਿ ਅਸੀਂ ਕਿਤੇ ਵੀ ਜਾਈਏ, ਕੋਈ ਵੀ ਚੀਜ਼ ਅਸੀਂ ਦੇਖ ਲਈਏ ਜਿੱਥੇ ਵੀ, ਹਮੇਸ਼ਾ ਹੀ ਇਹ ਚੀਜ਼ ਹੁੰਦੀ ਹੀ ਹੁੰਦੀ ਆ। ਜਦੋਂ ਅਸੀਂ ਦੇਖਦੇ ਹਾਂ ਕਿਸੇ ਕੋਲ ਪਾਵਰ ਆ, ਕਿਸੇ ਕੋਲ ਪੈਸਾ ਆ, ਤੇ ਉਹਦੇ ਅੱਗੇ ਤਾਂ ਅਸੀਂ ਜਾ ਕੇ ਬਹੁਤ ਮਿੱਠੇ ਬਣਦੇ ਹਾਂ। ਪਰ ਅਸੀਂ ਇਹੀ ਦੇਖਦੇ ਹਾਂ ਕਿ ਜਿੰਦੇ ਅੱਗੇ ਕੋਈ ਗਰੀਬ ਵੀ ਜਾ ਰਿਹਾ ਨਾ, ਤਾਂ ਅਸੀਂ ਕੋਸ਼ਿਸ਼ ਕਰਦੇ ਕਿ ਉਹਦੇ ਉੱਤੇ ਹੋਰ ਦਬਾਅ ਪਾਈਏ, ਉਹਦੇ ਉੱਤੇ ਹੋਰ ਜ਼ੋਰ ਪਾਈਏ, ਹੈ ਨਾ। ਇਹ ਤੁਹਾਨੂੰ ਗੱਲ ਦੱਸੀ ਜੀ, ਇਹ ਜਿਹੜਾ ਗੁੱਸਾ ਹੈ ਨਾ, ਇਹ ਕ੍ਰੋਧ ਹੈ, ਇਹ ਬੜਾ ਸਿਆਣਾ ਹੈ। ਇਹ ਆਪ ਦੇ ਤੋਂ ਤਕੜੇ ਤੇ ਕਦੇ ਵੀ ਨਹੀਂ ਆਉਂਦਾ। ਮੈਨੂੰ ਵੀ ਨਹੀਂ ਆਉਂਦਾ, ਤੁਹਾਨੂੰ ਵੀ ਨਹੀਂ ਆਉਂਦਾ, ਤੁਹਾਡੇ ਚੈਨਲ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਵੀ ਨਹੀਂ ਆਉਂਦਾ। ਤੁਸੀਂ ਹੋਰ ਕਿਸੇ ਵੀ ਇੰਡਸਟਰੀ 'ਚ ਕਿਤੇ ਵੀ ਦੇਖੋਗੇ, ਡੀਐਸਪੀ ਨੂੰ ਕਦੇ ਐਸਪੀ ਤੇ ਗੁੱਸਾ ਨਹੀਂ ਹੁੰਦਾ, ਐਸਪੀ ਨੂੰ ਕਦੇ ਆਈਜੀ ਤੇ ਗੁੱਸਾ ਨਹੀਂ ਹੁੰਦਾ, ਆਈਜੀ ਨੂੰ ਕਦੇ ਡੀਜੀਪੀ ਤੇ। ਇਹ ਗੁੱਸਾ ਬੜਾ ਸਿਆਣਾ ਹੈ। ਇਹ ਆਪ ਦੇ ਤੋਂ ਜਿਹੜਾ ਕਮਜ਼ੋਰ ਹੈ ਨਾ, ਜਿਹੜਾ ਨੀਵਾਂ ਹੈ, ਜਿਹੜਾ ਤੁਹਾਡੇ ਗੁੱਸੇ ਨੂੰ ਸਹਿਨ ਕਰ ਸਕਦਾ, ਉਹਦੇ ਤੇ ਗੁੱਸਾ ਹੁੰਦਾ ਹੈ। ਬਿਲਕੁਲ। ਬੰਦਾ ਮਾੜੇ ਨੂੰ ਦਬਾਈ ਜਾਂਦਾ ਹੈ, ਆਪਦੀ ਘਰ ਵਾਲੀ ਨੂੰ ਤਾਂ ਝਿੜਕ ਜੂਗਾ, ਤੇ ਅਫਸਰ ਅੱਗੇ ਜਾ ਕੇ ਆਏ ਹੱਥ ਬਣ ਲੈਂਦਾ ਹੈ। ਬਿਲਕੁਲ, ਵਾਕਈ ਸੱਚੀ। ਨਹੀਂ, ਅੱਜ ਕੱਲ ਵੈਸੇ ਘਰ ਵਾਲੀਆਂ ਅੱਗੇ ਹੱਥ ਜ਼ਿਆਦਾ ਬੰਦੇ ਆ ਲੋਕ, ਘਰ ਵਾਲੀਆਂ ਤੋਂ ਜ਼ਿਆਦਾ ਡਰਦੇ ਆ, ਇਹ ਵੀ ਸੱਚਾਈ ਹੈ। ਇਹ ਤੁਹਾਨੂੰ ਐਕਸਪੀਰੀਅੰਸ ਜ਼ਿਆਦਾ ਲੱਗ ਰਿਹਾ ਹੈ। ਨਹੀਂ, ਇਹ ਤਾਂ ਆਮ ਗੱਲਾਂ ਸੁਣਦੇ ਆ ਨਾ ਜੀ, ਸਾਰੇ ਪਤਾ ਹੀ ਹੈ। ਬਿਲਕੁਲ ਜੀ, ਬਿਲਕੁਲ। ਪਰ ਦਿਲ ਤਾਂ ਬਹੁਤ ਕਰ ਰਿਹਾ ਕਿ ਹੋਰ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ, ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਜਸ ਪੰਜਾਬੀ ਵੇਖਣ ਵਾਲੇ ਆ ਨਾ ਜੀ, ਸਪੋਟਲਾਈਟ ਜਿਹੜਾ ਪ੍ਰੋਗਰਾਮ ਤੁਹਾਡਾ ਚੱਲ ਰਿਹਾ, ਇਹਦੇ ਰਾਹੀਂ ਜਿੰਨੇ ਵੀ ਦਰਸ਼ਕ ਇਸ ਚੈਨਲ ਨਾਲ ਜੁੜੇ ਹੋਏ ਆ, ਅਸੀਂ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਹਾਂ ਬਾਰ-ਬਾਰ ਵੀ ਹੱਕ ਹਲਾਲ ਦੀ ਕਮਾਈ ਕਰੋ, ਸੱਚ ਨੂੰ ਯਾਦ ਰੱਖੋ ਤੇ ਮਾਲਕ ਤੇ ਵਿਸ਼ਵਾਸ ਰੱਖੋ। ਸਕ੍ਰਿਪਟ ਤੁਹਾਡੀ 75% ਮਾਲਕ ਨੇ ਲਿਖ ਰੱਖੀ ਹੈ। ਜਿੱਦਾਂ ਚੱਲਣਾ ਹੈ, ਜਿਵੇਂ ਉਹ ਚਾਹੂਗਾ ਉਦਾਂ ਹੋਣਾ ਹੈ। ਤੁਹਾਡੇ ਚਾਹਣ ਨਾਲ ਕੁਝ ਵੀ ਨਹੀਂ ਹੋਣਾ। ਤੁਹਾਡੇ ਲਾਈਫ 'ਚ ਸੁੱਖ ਆਣ ਦੁੱਖ ਆਣ, ਹੈ ਨਾ, ਆਪਦੀ ਅਵਸਥਾ ਨੂੰ ਬਰਾਬਰ ਰੱਖੋ। ਸਭ ਉਹਦੀ ਦਾਤ ਹੈ, ਉਹਦੀ ਦਾਤ ਮੰਨ ਕੇ ਤੇ ਆਪਦਾ ਉਹਦਾ ਭਾਣਾ ਮੰਨ ਕੇ ਤੇ ਆਪਦਾ ਲਾਈਫ 'ਚ ਅੱਗੇ ਵਧਦੇ ਰਹੋ। ਟਰਸਟ ਇਨ ਗੋਡ ਐਂਡ ਡੂ ਦੀ ਰਾਈਟ। ਬਿਲਕੁਲ ਸਹੀ ਜੀ। ਔਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੱਲਬਾਤ ਜਿਹੜੀ ਉਹ ਪਸੰਦ ਆਈ ਹੋਏਗੀ। ਅਗਲੇ ਹਫਤੇ ਫਿਰ ਮਿਲਾਂਗੇ ਕਿਸੇ ਹੋਰ ਕਲਾਕਾਰ ਦੇ ਨਾਲ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।